ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ, ਬਿਨ ਸਹਿ ਪਾਪ ਕਨੇਰੇ। ਪਸੂ ਪਰੇਤ ਮੁਗਧ ਕਉ ਤਾਰੇ, ਪਾਹਨ ਪਾਰਿ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਦੱਖਣੀ ਇੱਕ ਮਹੱਲਾ ਪਹਿਲਾ। ਜਤ ਸਤ ਸੰਜਮ ਸਾਜ ਦਿਰੜਾਇਆ, ਸਾਜ ਸ਼ਬਦ ਰਸ ਲੀਨਾ। ਮੇਰਾ ਗੁਰ ਦਇਆਲ ਸਦਾ ਰੰਗ ਲੀਨਾ। ਅਹਨਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ। ਜਤ ਸਤ ਸੰਜਮ ਸਾਜ ਦਿਰੜਾਇਆ, ਸਾਜ ਸ਼ਬਦ ਰਸ ਲੀਨਾ। ਮੇਰਾ ਗੁਰ ਦਇਆਲ ਸਦਾ ਰੰਗ ਲੀਨਾ। ਅਹਨਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ ਕਰਕੇ ਨਿਹਾਲ ਕੀਤਾ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ
ਸਤਿਗੁਰ ਚਰਨਾ। ਉਹ ਵੇਲਾ ਵੀ ਧਨ ਹੈ, ਘੜੀ ਵੀ ਧਨ ਹੈ, ਜਿਸ ਵੇਲੇ ਗੁਰੂ ਸਾਹਿਬ ਜੀ ਦਾ ਦੀਦਾਰ ਪ੍ਰਾਪਤ ਹੋਵੇ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਮਕਲੀ ਰਾਗ ਦੇ ਅੰਦਰ 907 ਅੰਗ ਤੇ ਇਹ ਪਾਵਨ ਸ਼ਬਦ ਸੋਭਨੀਕ ਹੈ ਸਾਧ ਸੰਗਤ ਜੀ। ਔਰ ਗਰੀਬ ਨਵਾਜ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਸ ਵੇਲੇ ਉਚਾਰਨ ਕੀਤਾ ਜਦੋਂ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਗੋਸ਼ਟੀ ਹੋਈ ਹੈ। ਸਿੱਧ ਸਮੇਂ-ਸਮੇਂ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਗੋਸ਼ਟ ਕਰਦੇ ਰਹੇ। ਸੁਮੇਰ ਪਰਬਤ ਤੇ ਵੀ ਮਹਾਰਾਜ ਸਾਹਿਬ ਜੀ ਸਿੱਧਾਂ ਕੋਲੇ ਗਏ ਸਨ ਤੇ ਉਹ ਵੇਖ ਕੇ ਹੈਰਾਨ ਹੋ ਗਏ ਸੀ ਵੀ ਅਸੀਂ ਤੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੇ ਨਾਲ ਇੱਥੇ ਆ ਜਾਂਦੇ ਹਾਂ, ਤੁਸੀਂ ਕਿਵੇਂ ਇੱਥੇ ਆਏ ਹੋ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਸਾਰਾ ਜ਼ਿਕਰ ਕੀਤਾ ਹੈ। ਸਿੱਧ ਜੋਗਾ ਅਭਿਆਸੀ ਸੀ, ਜੋਗੀ ਲੋਕ ਸਨ। ਉਹਨਾਂ ਨੇ ਆਪਣੇ ਸਵਾਸਾਂ ਨੂੰ ਰੋਕ ਰੋਕ ਕੇ ਉਮਰਾਂ ਵਧਾਈਆਂ ਹੋਈਆਂ ਸੀ। ਤਾਂ ਜਦੋਂ ਸਤਿਗੁਰੂ ਸਾਹਿਬ ਜੀ ਸਿੱਧਾਂ ਪਾਸ ਪਹੁੰਚਦੇ ਆ ਤੇ ਉਹ ਗੁਰੂ ਸਾਹਿਬ ਜੀ ਨੂੰ ਬਾਲਾ ਕਹਿ ਕੇ ਸੰਬੋਧਨ ਕਰਦੇ। ਮਹਾਰਾਜ ਨੂੰ ਬੱਚਾ ਹੀ ਕਹਿੰਦੇ ਆ ਆਪਣੇ ਸਾਹਮਣੇ ਵੀ ਅਸੀਂ ਤੇ ਬਹੁਤ ਵੱਡੀਆਂ ਉਮਰਾਂ ਵਾਲੇ ਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਜਦੋਂ ਬਾਬਾ ਜੀ ਸੁਮੇਰ ਪਰਬਤ ਤੇ ਜਾ ਚੜ੍ਹੇ ਤੇ ਸਾਹਮਣੇ ਸਿੱਧਾਂ ਦੀ ਮੰਡਲੀ ਫਿਰ ਦ੍ਰਿਸ਼ਟੀ ਆਈ, ਦਿਸੀ ਹੈ। ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। 84 ਸਿੱਧ ਗੋਰਖਾਦ ਮਨ ਅੰਦਰ ਗਣਤੀ ਵਰਤਾਈ। 84 ਸਿੱਧ ਹਨ ਗੋਰਖਨਾਥ ਤੋਂ ਆਦਿਕ। ਉਹਨਾਂ ਨੇ ਆਪਣੇ ਮਨ ਦੇ ਵਿੱਚ ਫਿਰ ਗਿਣਤੀਆਂ ਮਿਣਤੀਆਂ ਕੀਤੀਆਂ, ਵਿਚਾਰਾਂ ਕੀਤੀਆਂ ਤੇ ਫਿਰ ਇੱਕ ਇੱਕ ਸਿੱਧ, ਇੱਕ ਇੱਕ ਜੋਗੀ ਮਹਾਰਾਜ ਸਾਹਿਬ ਜੀ ਨੂੰ ਰੋਕਣ ਵਾਸਤੇ ਵੀ ਪਹਿਲਾਂ ਆਇਆ। ਆਪਣੀ ਤਾਕਤ ਉਹਨਾਂ ਨੇ ਵਰਤੀ, ਚਰਚਾ ਕੀਤੀ, ਸਾਰੇ ਨਿਰੁੱਤਰ ਹੋ ਕੇ ਗਏ। ਤਾਂ ਇਹ ਗੱਲ ਵੀ ਉਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਉੱਥੇ ਫਿਰ ਆਖੀ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਮਹਾਰਾਜ ਨੂੰ ਬਾਲਾ ਹੀ ਕਹਿੰਦੇ ਆ, ਬੱਚਾ ਹੀ ਕਹਿੰਦੇ ਆ ਵੀ ਅਸੀਂ ਤੇ ਜੋਗਾ ਅਭਿਆਸੀ ਆ, ਬਹੁਤ ਵੱਡੀਆਂ ਉਮਰਾਂ ਵਾਲੇ ਆ। ਤੇ ਮਹਾਰਾਜ ਸਾਹਿਬ ਨੂੰ ਕਹਿੰਦੇ, ਬਾਲਕਿਆ ਤੈਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ, ਤੂੰ ਕਿਹੜੀ ਤਾਕਤ ਨਾਲ ਇੱਥੇ ਆਇਆ। ਤੇ ਨਿਰਮਾਣ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਨਿਮਰਤਾ ਦਾ ਸਰੂਪ, ਕਿਉਂਕਿ ਗਰੀਬ ਨਵਾਜ ਸਾਹਿਬ ਜੀ ਨੇ ਅਤ ਦੀ ਨਿਮਰਤਾ ਧਾਰਨ ਕੀਤੀ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ 'ਚ ਇਹ ਵੀ ਬਚਨ ਕੀਤਾ, ਜਿੱਥੇ ਆਪਾਂ ਇਤਿਹਾਸ ਵਿੱਚੋਂ, ਜਨਮ ਸਾਖੀ ਵਿੱਚੋਂ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ, ਇਤਿਹਾਸ ਵਿੱਚੋਂ ਇਹ ਗੱਲ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਸੱਚਖੰਡ ਗਏ। ਔਰ ਇੱਥੋਂ ਦਾ ਇਤਿਹਾਸ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਦਾ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦਾ ਅਤੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ। ਕਿ ਇੱਥੇ ਮਹਾਰਾਜ ਬੇਰ ਸਾਹਿਬ ਵਾਲੇ ਅਸਥਾਨ ਤੋਂ ਵੇਈ ਨਦੀ ਵਿੱਚ ਚੁੱਭੀ ਲਾਉਂਦੇ ਆ, ਇਸ਼ਨਾਨ ਕਰਦਿਆਂ ਹੋਇਆਂ ਅਲੋਪ ਹੋ ਜਾਂਦੇ ਆ ਤੇ ਤੀਜੇ ਦਿਨ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੋਂ ਪ੍ਰਗਟ ਹੁੰਦੇ। ਜਦੋਂ ਸੰਗਤਾਂ ਨੇ ਪੁੱਛਿਆ ਸੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਕਿ ਸਤਿਗੁਰੂ ਜੀ 3 ਦਿਨ ਕਿੱਥੇ ਰਹੇ,
ਤੇ ਉਸ ਵੇਲੇ ਇਤਿਹਾਸ ਕਹਿੰਦਾ ਹੈ, ਜਨਮ ਸਾਖੀਆਂ ਕਹਿੰਦੀਆਂ ਹਨ, ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਆ, ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਅਸੀਂ ਸੱਚਖੰਡ ਗਏ ਸਾਂ, ਨਿਰੰਕਾਰ ਦੇ ਦੇਸ਼ ਗਏ ਸਾਂ, ਤਾਂ ਪਰਮੇਸ਼ਵਰ ਵਾਹਿਗੁਰੂ ਜੀ ਦੇ ਪਾਸੋਂ ਮੂਲ ਮੰਤਰ ਲੈ ਕੇ ਆਏ। ਜਿੱਥੇ ਸਾਧ ਸੰਗਤ ਜੀ ਇਹ ਜ਼ਿਕਰ ਹੈ, ਉੱਥੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਬਾਬਾ ਜੀ ਜਦੋਂ ਸੱਚਖੰਡ ਵਿੱਚ ਗਏ ਤੇ ਉੱਥੋਂ ਮਹਾਰਾਜ ਨੇ ਗਰੀਬੀ ਵੀ ਲਿਆਂਦੀ, ਅੰਦਰ ਦੀ ਗਰੀਬੀ, ਨਿਮਰਤਾ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਨੌ ਖਜ਼ਾਨੇ ਦੇਣ ਵਾਲਾ ਜਿੱਥੇ ਨਾਮ, ਨੌ ਨਿਧੀਆਂ ਦਾ ਖਜ਼ਾਨਾ ਨਾਮ ਲਿਆਂਦਾ, ਉੱਥੇ ਗਰੀਬੀ ਵੀ, ਅੰਦਰ ਦੀ ਨਿਰਮਾਣਤਾ ਵੀ ਲੈ ਕੇ ਆਂਦੀ। ਅੱਤ ਦੀ ਨਿਮਰਤਾ ਹੈ ਮਹਾਰਾਜ ਸਾਹਿਬ ਜੀ ਦੇ ਵਿੱਚ। ਸਿੱਧਾਂ ਦੇ ਸਾਹਮਣੇ ਖਲੋਤੇ ਹੋਏ ਆ ਸਮੇਰ ਪਰਬਤ ਦੇ ਉੱਤੇ। ਉਹ ਕਹਿੰਦੇ ਆ, ਬੱਚਿਆ ਤੂੰ ਕਿਹੜੀ ਸ਼ਕਤੀ ਨਾਲ ਇੱਥੇ ਆਇਆ ਹੈ? ਬਾਲਿਆ ਤੈਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ? ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ? ਤੇ ਜਗਤ ਗੁਰੂ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਆਪਣੀ ਤਾਕਤ ਨਾਲ ਆਇਆ, ਮੈਂ ਆਪਣੇ ਜ਼ੋਰ ਨਾਲ ਆਇਆ, ਇਹ ਨਹੀਂ ਆਖਿਆ। ਗੁਰੂ ਸਾਹਿਬ ਜੀ ਨੇ ਆਖਿਆ, ਭਾਈ ਸਾਹਿਬ ਜੀ ਅਗਲੀ ਪੰਕਤੀ 'ਚ ਉਚਾਰਦੇ, ਮਹਾਰਾਜ ਕਹਿਣ ਲੱਗੇ, ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਸਿੱਧੋ ਪਰਮੇਸ਼ਰ ਨੂੰ ਜਪਿਆ, ਪ੍ਰੇਮਾ ਭਗਤੀ ਦੀ ਸਮਾਧੀ ਲਾਈ ਹੈ। ਭਾਉ ਭਗਤ ਸੰਗ ਤਾੜੀ ਲਾਈ, ਪ੍ਰੇਮਾ ਭਗਤੀ ਦੀ ਤਾੜੀ ਸਮਾਧੀ ਲਾਈ ਹੈ, ਤੇ ਪ੍ਰਭੂ ਦੇ ਨਾਮ ਨੂੰ ਜਪ ਕਰਕੇ ਇੱਥੇ ਆ ਪਹੁੰਚਿਆ ਹਾਂ। ਮਹਾਰਾਜ ਕਹਿੰਦੇ, ਸ਼ਬਦ ਦੀ ਤਾਕਤ ਦੇ ਨਾਲ, ਪ੍ਰਭੂ ਦੀ ਤਾਕਤ ਦੇ ਨਾਲ ਇੱਥੇ ਆਇਆ। ਕਹਿਣ ਤੋਂ ਭਾਵ ਇਹ ਵੀ ਸਮੇਰ ਪਰਬਤ ਉੱਤੇ ਵੀ ਮਹਾਰਾਜ ਨਾਲ ਚਰਚਾ ਸਿੱਧਾਂ ਨੇ ਕੀਤੀ। ਫਿਰ ਜਿੱਥੇ ਅੱਜ ਕੱਲ੍ਹ ਗੁਰੂ ਕਾ ਸਥਾਨ ਸ੍ਰੀ ਨਾਨਕ ਮਤਾ ਸਾਹਿਬ ਸੋਭਾ ਪਾਉਂਦਾ ਹੈ, ਉਸ ਥਾਂ 'ਤੇ ਵੀ ਪਹਿਲਾਂ ਉਹਦਾ ਨਾਮ ਉਹਨਾਂ ਗੋਰਖ ਮਤਾ ਰੱਖਿਆ ਸੀ। ਅਚਲ ਬਟਾਲੇ ਦੀ ਧਰਤੀ 'ਤੇ ਵੀ, ਹੋਰ ਵੀ ਕਈਆਂ ਥਾਵਾਂ ਥਾਵਾਂ 'ਤੇ ਮਹਾਰਾਜ ਸਾਹਿਬ ਨਾਲ ਮਿਲਦੇ ਰਹੇ। ਇਹ ਜਿਹੜਾ ਪਾਵਨ ਸ਼ਬਦ ਹੈ, ਇਹ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਉਚਾਰਿਆ ਹੈ। ਕਿਉਂਕਿ ਸਿੱਧਾਂ ਨੇ ਆਖਿਆ ਪਹਿਲਾਂ ਬਾਕੀ ਜੋਗੀਆਂ ਨੇ ਵੀ ਤੁਸੀਂ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਵੋ, ਤਾਂ ਇਸ ਸ਼ਬਦ ਵਿੱਚ ਮਹਾਰਾਜ ਸਾਹਿਬ ਜੀ ਨੇ ਦੱਸਿਆ ਵੀ ਮੇਰਾ ਗੁਰੂ ਤਾਂ ਪਰਮੇਸ਼ਰ ਹੈ, ਵਾਹਿਗੁਰੂ ਹੈ। ਅਖੀਰ ਮਹਾਰਾਜ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਉਹਨਾਂ ਨੇ ਲਾਲਚ ਵੀ ਦਿੱਤੇ ਸੀ ਵੀ ਆਹ ਕੁਝ ਤੁਹਾਨੂੰ ਅਸੀਂ ਦੇਵਾਂਗੇ, ਸੰਸਾਰ ਵਿੱਚ ਤੁਹਾਡੀ ਪੂਜਾ ਹੋਵੇਗੀ, ਲੋਕ ਤੁਹਾਨੂੰ ਨਮਸਕਾਰਾਂ ਕਰਨਗੇ। ਤਾਂ ਮਹਾਰਾਜ ਨੇ ਹੋਰ ਸ਼ਬਦ ਉਚਾਰਨ ਕਰਕੇ ਵੀ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜਿਵੇਂ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਮੋਤੀ ਤਾਂ ਮੰਦਰ ਹੀ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਸਾਰਾ ਕੁਝ ਵੀ ਭਾਵੇਂ ਪ੍ਰਾਪਤ ਹੋ ਜਾਵੇ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਵੀ ਮਣਾ ਕਿਤੇ ਭੁੱਲ ਨਾ ਜਾਵੀਂ, ਵੇਖੀ ਕਿਤੇ ਪਰਮੇਸ਼ਰ ਦਾ ਨਾਮ ਨਾ ਚਿੱਤ ਚੋਂ ਵਿਸਰ ਜਾਵੇ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀ ਥਾਓ ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਖ ਲਾਲ ਜੜਾਓ, ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਉਹਨਾਂ ਆਖਿਆ ਜੀ ਸਾਡੇ ਮਤ ਵਿੱਚ ਆ ਜਾਓਗੇ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ। ਸਤਿਗੁਰੂ ਜੀ ਨੇ ਉਚਾਰਿਆ ਸੀ, ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਭਾਓ। ਤੇ ਗਰੀਬ ਨਵਾਜ ਕਹਿੰਦੇ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਸਿੱਧ ਵੀ ਹੋ ਜਾਵਾਂ, ਰਿੱਧੀਆਂ ਸਿੱਧੀਆਂ ਵੀ ਲਾਵਾਂ, ਗੁਪਤ ਹੋ ਜਾਵਾਂ, ਕਿਤੇ ਪ੍ਰਗਟ ਹੋ ਜਾਵਾਂ, ਲੋਕ ਭਾਵਨਾ ਰੱਖਣ, ਪਰ ਇਹ ਕੁਝ ਮਿਲ ਕੇ ਵੀ ਇਹ ਕਿਤੇ ਪਰਮੇਸ਼ਰ ਦਾ ਨਾਮ ਨਾ ਭੁੱਲ ਜਾਵੇ। ਮਨਾ ਵੇਖੀ ਕਿਤੇ ਵਾਹਿਗੁਰੂ ਨੂੰ ਨਾ ਭੁਲਾ ਦਵੀਂ, ਮਤਾ ਤੈਨੂੰ ਚਿੱਤ ਵਿੱਚੋਂ ਨਾਮ ਭੁੱਲ ਜਾਂਦਾ ਹੋਵੇ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਇਹ ਜੋਗੀਆਂ ਦੇ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਮਹਾਨ ਹੀ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ
ਰਾਮਕਲੀ ਰਾਗ ਹੈ और दक्षिणी जाति है। महला पहला। पहले पातशाह धन श्री गुरु नानक देव साहब जी महाराज जगत दे मालक प्रथमे नानक चंद जगत भयो आनंद ताਰਨ मनुख जन कीओ प्रगास। ऐसे गरीब नवाज सतगुरु जी उचारण करते हैं। ਜਤ ਸਤ ਸੰਜਮ ਸਾਜ ਦ੍ਰਿੜਾਇਆ। ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਗੁਰੂ ਪਰਮੇਸ਼ਰ ਨੇ ਜਤ ਦ੍ਰਿੜ ਕਰਾਇਆ, ਸਤ ਦ੍ਰਿੜ ਕਰਾਇਆ ਤੇ ਸੰਜਮ ਸੱਚਾ ਸੰਜਮ ਦ੍ਰਿੜ ਕਰਾਇਆ ਹੋਇਆ ਹੈ। ਦ੍ਰਿੜਾਇਆ ਤੋਂ ਭਾਵ ਪ੍ਰਪੱਕਤਾ ਬਖਸ਼ਿਸ਼ ਕੀਤੀ ਹੈ ਗੁਰੂ ਪਰਮੇਸ਼ਰ ਨੇ। ਅਸੀਂ ਜਤ ਰੱਖਣਾ ਕੀਤਾ ਹੈ, ਸਤ ਰੱਖਿਆ ਹੈ, ਸੰਜਮ ਜਿਹੜਾ ਇਹਦੇ ਵਿੱਚ ਪ੍ਰਪੱਕਤਾ ਕੀਤੀ ਹੋਈ ਹੈ। ਜਤ ਕੀ ਹੈ? ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਜੋ ਗ੍ਰਸਤੀ ਹੈ, ਜੋ ਗ੍ਰਸਤ ਧਰਮ ਦੇ ਵਿੱਚ ਜਿਸ ਨੇ ਪ੍ਰਵੇਸ਼ ਕੀਤਾ ਹੈ ਉਹਦੇ ਵਾਸਤੇ ਜਤ ਇਹ ਹੈ। ਜਤ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਹੈ ਗੁਰੂ ਸਾਹਿਬ ਜੀ ਤੋਂ ਪੁੱਛ ਕੇ, ਗੁਰੂ ਕੀ ਆਗਿਆ ਦੇ ਨਾਲ, ਗੁਰੂ ਕੀ ਕਿਰਪਾ ਦੇ ਨਾਲ। ਭਾਈ ਸਾਹਿਬ ਕਹਿੰਦੇ ਏਕਾ ਨਾਰੀ ਜਤੀ ਹੋਏ। ਜੋ ਗ੍ਰਸਤੀ ਹੈ ਉਹ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਪਰ ਨਾਰੀ ਨੂੰ, ਪਰ ਇਸਤਰੀ ਨੂੰ ਧੀ ਭੈਣ ਕਰਕੇ ਜਾਣੇ, ਐਸਾ ਉਹ ਜਤੀ ਹੈ। ਤਾਂ ਐਸਾ ਜਤ ਰੱਖੇ। ਸਤ ਇਹ ਧੀਆਂ ਭੈਣਾਂ ਵਾਸਤੇ ਵੀ ਹੈ, ਉਹ ਸਤ ਧਾਰਨ ਕਰਨ। ਪਰਾਏ ਮਰਦਾਂ ਨੂੰ, ਬਰਾਬਰ ਦਿਆਂ ਨੂੰ ਭਰਾ ਸਮਾਨ, ਵੱਡਿਆਂ ਨੂੰ ਪਿਤਾ ਸਮਾਨ, ਛੋਟਿਆਂ ਨੂੰ ਪੁੱਤਰ ਸਮਾਨ ਸਮਝਣ, ਐਸਾ ਸਤ ਧਾਰਨ ਕਰਨ। ਤੇ ਸੰਜਮ ਹੈ ਕਿ ਮਨ ਨੂੰ ਤੇ ਇੰਦਰੀਆਂ ਨੂੰ ਕਾਬੂ ਕਰਕੇ ਰੱਖਣਾ, ਇਹਨੂੰ ਸੰਜਮ ਆਖਿਆ ਹੈ। ਸੰਜਮੀ ਹੋਣਾ, ਖਾਣਾ ਪੀਣਾ ਪਹਿਨਣਾ ਵੇਖਣਾ ਸੁਣਨਾ ਬੋਲਣਾ ਚੱਲਣਾ ਕਰਨਾ, ਇਹ ਸਾਰੇ ਕੁਝ ਦਾ ਸੰਜਮ ਰੱਖੇ, ਇਹਨੂੰ ਸੰਜਮ ਆਖਿਆ। ਖਾਣ ਦੇ ਵਿੱਚ ਵੀ ਸੰਜਮ ਹੋਵੇ। ਮਹਾਰਾਜ ਸਾਹਿਬ ਨੇ ਮਰਿਆਦਾ ਦਿੱਤੀ ਹੈ ਛਕਣ ਦੀ ਵੀ ਖਾਣ ਦੀ ਵੀ, ਵੀ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ। ਰੋਕਿਆ ਹੈ ਕਈਆਂ ਗੱਲਾਂ ਤੋਂ ਵੀ ਆਹ ਜਿਹੜੀ ਚੀਜ਼ ਹੈ ਇਹ ਤੇਰੀ ਖੁਰਾਕ ਨਹੀਂ, ਇਹ ਤੇਰਾ ਖਾਣਾ ਨਹੀਂ। ਗੁਰਬਾਣੀ ਅੰਦਰ ਦੱਸਿਆ ਹੈ, ਹੁਕਮਨਾਮਿਆਂ ਅੰਦਰ ਦੱਸਿਆ ਹੈ, ਰਹਿਤਨਾਮਿਆਂ ਅੰਦਰ ਦੱਸਿਆ ਹੈ, ਇਤਿਹਾਸ ਅੰਦਰ ਦੱਸਿਆ ਹੈ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਫਰਮਾਇਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਹੜਾ ਰੱਜੇ ਹੋਏ ਤੋਂ ਬਾਅਦ ਜਿਹੜਾ ਹੋਰ ਵੀ ਖਾਣਾ ਹੈ ਨਾ, ਉਹ ਵੀ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੀ ਹੈ, ਭਰੇ ਤੋਂ ਭਰੀ ਜਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੈ ਵਿਕਾਰ। ਜਿਸ ਖਾਣੇ ਦੇ ਖਾਣ ਨਾਲ ਸਰੀਰ ਵੀ ਦੁਖੀ ਹੋਵੇ, ਪੀੜਿਆ ਜਾਵੇ ਤੇ ਮਨ ਦੇ ਵਿੱਚ ਵਿਕਾਰ ਚੱਲਣ, ਆਖਿਆ ਉਹ ਖਾਣਾ ਨਹੀਂ ਖਾਣਾ ਚਾਹੀਦਾ। ਇਸ ਕਰਕੇ ਖਾਣ ਦੀ ਵੀ ਮਰਿਆਦਾ ਬਣਾਈ ਹੋਈ ਹੈ। ਸਤਿਗੁਰੂ ਜੀ ਨੇ ਸੱਚ ਤੇ ਸੁੱਚ ਬਖਸ਼ਿਸ਼ ਕੀਤੀ ਹੈ। ਸੱਚ ਤੇ ਸੁੱਚ, ਬਾਹਰਲੀ ਸੁਚਮਤਾ ਵੀ ਤੇ ਅੰਦਰਲੀ ਸੁਚਮਤਾ ਵੀ ਦੱਸੀ ਹੈ। ਇਸੇ ਤਰ੍ਹਾਂ ਝੂਠ ਤੇ ਝੂਠ ਤੋਂ ਮਹਾਰਾਜ ਸਾਹਿਬ ਜੀ ਨੇ ਬਚਾਇਆ ਹੈ ਕਿ ਝੂਠ ਨਹੀਂ ਬੋਲਣਾ ਤੇ ਝੂਠ ਨਹੀਂ ਖਾਣੀ। ਝੂਠ ਝੂਠ ਤੋਂ ਬਚਾਉਣਾ ਕੀਤਾ। ਤਾਂ ਮਹਾਰਾਜ ਸਾਹਿਬ ਜੀ ਨੇ ਖਾਣ ਦੇ ਬਾਰੇ ਵੀ ਕਿਹੜੀ ਵਸਤੂ ਛਕਣੀ ਹੈ, ਕਿਹੜੀ ਮਰਿਆਦਾ ਵਿੱਚ ਹੈ, ਕਿਹੜੀ ਬੇਮਰਿਆਦਾ ਹੈ, ਉਹ ਵੀ ਦੱਸਿਆ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ
ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਸ਼ਰਾਬ ਪੀਣੀ, ਮਛਲੀ ਮਾਸ ਖਾਣਾ, ਭੰਗ ਪੀਣੀ ਤੇ ਪਾਨ ਚੱਬਣਾ ਆਦਿਕ। ਭਗਤ ਜੀ ਕਹਿੰਦੇ ਜਿਹੜਾ ਜਿਹੜਾ ਪ੍ਰਾਣੀ ਖਾਵੇਗਾ ਨਾ, ਭਾਵੇਂ ਉਹ ਤੀਰਥ ਇਸ਼ਨਾਨ ਕਰੇ, ਵਰਤ ਰੱਖੇ, ਦਾਨ ਕਰੇ, ਨੇਮ ਕਰੇ, ਸਭ ਕੁਝ ਕਰਦਾ ਕਰਾਉਂਦਾ ਰਸਾਤਲ ਨੂੰ ਜਾਵੇਗਾ। ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਉਹਦੇ ਸਾਰੇ ਹੀ ਰਸਾਤਲ ਨੂੰ ਚਲੇ ਜਾਣਗੇ, ਕੁਝ ਵੀ ਸਫਲਾ ਨਹੀਂ ਹੋਵੇਗਾ। ਇਸ ਕਰਕੇ ਤਿਆਗ ਕਰਵਾਇਆ ਇਹਨਾਂ ਦਾ। ਖਾਣ ਪੀਣ ਦਾ ਵੀ ਸੰਜਮ ਮਹਾਰਾਜ ਨੇ ਦਿੱਤਾ ਹੈ, ਪਹਿਨਣ ਦਾ ਵੀ ਸੰਜਮ। ਔਰ ਇਸੇ ਤਰ੍ਹਾਂ ਵੇਖਣਾ ਸੁਣਨਾ ਵੀ ਅੱਖਾਂ ਦੇ ਨਾਲ ਬਗਾਨਾ ਰੂਪ ਨਾ ਤੱਕੇ, ਕੰਨਾਂ ਦੇ ਨਾਲ ਝੂਠ ਨਿੰਦਿਆ ਚੁਗਲੀ ਨਾ ਸੁਣੇ, ਜੀਭ ਦੇ ਨਾਲ ਝੂਠ ਨਿੰਦਿਆ ਚੁਗਲੀ ਨਾ ਬੋਲੇ, ਹੱਥਾਂ ਨਾਲ ਕੁਕਰਮ ਨਾ ਕਰੇ, ਪੈਰਾਂ ਨਾਲ ਕੁਸੰਗਤ ਵੱਲੇ ਨਾ ਚੱਲ ਕੇ ਜਾਵੇ। ਇਹ ਸਾਰਾ ਸੰਜਮ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਵੀ ਗੁਰੂ ਪਰਮੇਸ਼ਰ ਨੇ ਸਾਨੂੰ ਇਹ ਜਤ ਸਤ ਤੇ ਸੱਚਾ ਸੰਜਮ ਜਿਹੜਾ ਇਹ ਦ੍ਰਿੜ ਕਰਾਇਆ ਹੈ। ਅਥਵਾ ਜਿਹੜਾ ਜਤ ਰੱਖਣਾ ਹੈ, ਸਤ ਉੱਚਾ ਆਚਰਨ ਰੱਖਣਾ ਹੈ, ਸਤ ਪ੍ਰਤੱਗੀ ਹੋਣਾ ਹੈ ਤੇ ਸੰਜਮ ਦੇ ਵਿੱਚ ਰਹਿਣਾ ਹੈ, ਇਹ ਤਾਂ ਹੀ ਸਫਲਾ ਹੈ। ਗੁਰੂ ਸਾਹਿਬ ਜੀ ਨੇ ਸਾਚ ਦ੍ਰਿੜਾਇਆ, ਸੱਚਾ ਨਾਮ ਦ੍ਰਿੜ ਕਰਾਇਆ ਹੈ। ਉਹ ਸੱਚੇ ਨਾਮ ਨੂੰ ਜਪ ਕਰਕੇ ਹੀ ਜਤ ਸਤ ਤੇ ਸੰਜਮ ਸਫਲ ਹੁੰਦੇ ਆ। ਜੇ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਤੇ ਫਿਰ ਇਹ ਸਾਰੇ ਜਿਹੜੇ ਸਾਧਨ ਹਨ ਇਹ ਹੰਕਾਰੀ ਬਣਾ ਦਿੰਦੇ ਮਨੁੱਖ ਨੂੰ। ਫਿਰ ਹੰਕਾਰੀ ਹੋ ਜਾਂਦਾ ਇਹ ਨਾਮ ਤੋਂ ਟੁੱਟ ਕਰਕੇ। ਤਾਂ ਮਹਾਰਾਜ ਕਹਿੰਦੇ ਸੱਚੇ ਨਾਮ ਨੂੰ ਦ੍ਰਿੜ ਕਰਾਇਆ, ਇਸ ਕਰਕੇ ਸੱਚ ਨਾਮ ਨੂੰ ਧਾਰਨ ਕਰਕੇ ਅਸੀਂ ਜਤ ਸਤ ਤੇ ਸੰਜਮ ਦੇ ਧਾਰਨ ਕਰਨ ਵਾਲੇ ਹੋਏ ਹਾਂ। ਸਾਚ ਸ਼ਬਦ ਰਸ ਲੀਨਾ। ਤੇ ਸੱਚੇ ਸ਼ਬਦ ਦੇ ਵਿੱਚ ਜੁੜ ਕਰਕੇ ਅਸੀਂ ਸ਼ਬਦ ਦੇ ਦੁਆਰਾ ਸ਼ਬਦ ਰਸ ਨੂੰ, ਨਾਮ ਰਸ ਨੂੰ ਲੀਣਾ ਪ੍ਰਾਪਤ ਕਰ ਰਹੇ ਹਾਂ, ਲੈ ਰਹੇ ਹਾਂ। ਅਥਵਾ ਸਾਚ ਸ਼ਬਦ ਜੋ ਸੱਚੇ ਸ਼ਬਦ ਦੇ ਰਸ ਦੇ ਵਿੱਚ ਅਸੀਂ ਲੀਨ ਹੋ ਰਹੇ ਹਾਂ। ਮੇਰਾ ਗੁਰ ਦਇਆਲ ਸਦਾ ਰੰਗ ਲੀਨਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਸਿੱਧੋ, ਮੇਰਾ ਜੋ ਗੁਰੂ ਹੈ ਨਾ ਉਹ ਦਇਆ ਦਾ ਘਰ ਹੈ। ਮੇਰਾ ਗੁਰੂ ਦਿਆਲੂ ਹੈ, ਕਿਰਪਾਲੂ ਹੈ। ਅਕਾਲ ਪੁਰਖ ਵਾਹਿਗੁਰੂ ਮੇਰਾ ਗੁਰੂ ਹੈ। ਜਿਵੇਂ ਗਰੀਬ ਨਵਾਜ ਨੇ ਫਰਮਾਇਆ, ਸਿੱਧਾ ਨੇ ਪੁੱਛਿਆ ਸੀ ਵੀ ਆਪ ਜੀ ਦਾ ਗੁਰੂ ਕੌਣ? ਕਵਨ ਗੁਰੂ ਜਿਸ ਕਾ ਤੂੰ ਚੇਲਾ। ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ, ਬ੍ਰਹਮ ਪਰਮੇਸ਼ਵਰ ਗੁਰੂ ਹੈ ਸਾਡਾ। ਇਸੇ ਤਰ੍ਹਾਂ ਮਹਾਰਾਜ ਦਾ ਬਚਨ ਆਉਂਦਾ, ਤਤ ਨਿਰੰਜਨ ਜੋਤ ਸਬਾਈ, ਸੋ ਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਵਰ, ਨਾਨਕ ਗੁਰ ਮਿਲਿਆ ਸੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਜੋ ਅਪਰੰਪਰ ਹੈ, ਪਰੇ ਤੋਂ ਪਰੇ, ਪਾਪ ਪੁੰਨ ਤੋਂ ਪਰੇ, ਪਾਰ ਬ੍ਰਹਮ ਸਰਬ ਵਿਆਪਕ, ਪਰਮ ਈਸ਼ਵਰ ਸਭ ਤੋਂ ਵੱਡਾ, ਉਹ ਸਾਨੂੰ ਗੁਰੂ ਮਿਲਿਆ ਹੋਇਆ ਹੈ। ਸਾਡਾ ਗੁਰੂ ਉਹ ਪਰਮੇਸ਼ਰ ਹੈ, ਅਪਰੰਪਰ ਹੈ, ਪਾਰ ਬ੍ਰਹਮ ਹੈ। ਇੱਥੇ ਮਹਾਰਾਜ ਫਰਮਾ ਰਹੇ, ਮੇਰਾ ਗੁਰ ਦਇਆਲ। ਇਹ ਸਿੱਧੋ ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਦਇਆ ਕਰਨ ਵਾਲਾ ਹੈ। ਸਦਾ ਰੰਗ ਲੀਣਾ, ਤੇ ਉਹ ਸਦਾ ਪ੍ਰੇਮ ਦੇ ਵਿੱਚ ਲੀਨ ਰਹਿੰਦਾ ਹੈ। ਸਦਾ ਰੰਗ ਆਨੰਦ ਦੇ ਵਿੱਚ ਰਹਿੰਦਾ ਹੈ, ਆਨੰਦ ਵਿੱਚ ਲੀਨ ਹੋਇਆ ਰਹਿੰਦਾ ਹੈ। ਉਹ ਸਦਾ ਆਨੰਦ, ਕਿਉਂਕਿ ਉਹ ਆਨੰਦ ਸਰੂਪ ਹੀ ਹੈ, ਉਹ ਪ੍ਰੇਮ ਸਰੂਪ ਹੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ, ਉਹ ਵਾਹਿਗੁਰੂ ਜਿੱਥੇ ਕਿੱਥੇ ਪ੍ਰੇਮ ਦਾ ਰੂਪ ਹੋ ਕਰਕੇ ਵਿਆਪਕ ਹੈ। ਉਹਨੂੰ ਪ੍ਰੇਮ ਵੀ ਆਖਿਆ ਹੈ। ਉਹ ਆਪ ਹੀ ਪ੍ਰੇਮ ਰੂਪ ਹੀ ਹੈ, ਉਹ ਆਪ ਹੀ ਆਨੰਦ ਸਰੂਪ ਹੀ ਹੈ।
ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਅਨੁਰਾਗ ਹੋ ਕੇ, ਪ੍ਰੇਮ ਰੂਪ ਹੋ ਕਰਕੇ ਜਿੱਥੇ ਕਿਥੇ ਫੈਲਿਆ ਹੋਇਆ ਹੈ। ਉਹ ਆਨੰਦ ਸਰੂਪ ਹੋ ਕਰਕੇ ਉਹ ਵਿਆਪਕ ਹੈ। ਮਹਾਰਾਜ ਕਹਿੰਦੇ ਸਦਾ ਰੰਗ ਲੀਣਾ, ਉਹ ਸਦਾ ਰੰਗ ਪ੍ਰੇਮ ਸਰੂਪ ਹੈ। ਸਾਰੇ ਰੰਗ ਪ੍ਰੇਮ ਸਰੂਪ ਹੋ ਕਰਕੇ ਲੀਨ ਹੋ ਰਿਹਾ ਹੈ। ਤੇ ਐਸਾ ਜੋ ਮੇਰਾ ਦਿਆਲੂ ਗੁਰੂ ਹੈ ਨਾ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਅਸੀਂ ਸਦਾ ਹੀ ਉਹਦੇ ਰੰਗ ਪ੍ਰੇਮ ਦੇ ਵਿੱਚ ਲੀਨ ਰਹਿੰਦੇ ਹਾਂ, ਉਹਦੇ ਰੰਗ ਵਿੱਚ ਰੰਗੇ ਹੋਏ ਹਾਂ। ਸਾਡੀ ਤਾਂ ਲਿਵ ਜਿਹੜੀ ਆ ਨਾ, ਦਿਨੇ ਰਾਤ, ਇਹ ਨਾਮ ਦਿਨ ਦਾ ਹੈ, ਨਿਸ ਨਾਮ ਰਾਤ ਦਾ ਹੈ। ਇਹ ਨਿਸ ਰਹਿ, ਦਿਨੇ ਰਾਤ ਰਹਿੰਦੀ ਹੈ। ਏਕ ਲਿਵ ਲਾਗੀ, ਉਸ ਇੱਕ ਵਿੱਚ ਹੀ ਸਾਡੀ ਲਿਵ ਲੱਗੀ ਹੋਈ, ਲਿਵ ਜੁੜੀ ਹੋਈ। ਸਾਡੀ ਬਿਰਤੀ ਇੱਕ ਉਸ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਹੀ ਲੱਗੀ ਰਹਿੰਦੀ, ਜੁੜੀ ਰਹਿੰਦੀ ਹੈ। ਸਾਚੇ ਦੇਖ ਪਤੀਣਾ, ਔਰ ਉਸ ਸੱਚੇ ਨੂੰ ਵੇਖ ਕਰਕੇ ਅਸੀਂ ਪਤੀਣਾ, ਉਹਦੇ ਤੇ ਪਤੀਜੇ ਹੋਏ ਹਾਂ। ਉਹ ਸੱਚੇ ਨੂੰ ਹੀ ਵੇਖ ਰਹੇ ਹਾਂ। ਮਹਾਰਾਜ ਸਾਹਿਬ ਜੀ ਤਾਂ ਸਭ ਥਾਵਾਂ ਤੇ ਉਸ ਨੂੰ ਵੇਖ ਰਹੇ ਹਨ, ਕਿ ਉਹ ਸਾਰੇ ਥਾਵਾਂ ਦੇ ਉੱਤੇ ਹੀ ਵਿਆਪਕ ਹੋ ਰਿਹਾ ਹੈ। ਸਾਰੇ ਥਾਵਾਂ ਤੇ ਹੀ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਸੱਚੇ ਨੂੰ ਵੇਖ ਕਰਕੇ ਸਾਡਾ ਮਨ ਉਹਦੇ ਤੇ ਪਤੀਜਿਆ ਹੋਇਆ ਹੈ, ਭਰੋਸੇ ਵਾਲਾ ਹੋ ਰਿਹਾ ਹੈ। ਤੇ ਦਿਨੇ ਰਾਤ ਸਾਡੀ ਲਿਵ ਲੱਗੀ ਰਹਿੰਦੀ ਉਸ ਦੇ ਨਾਲ। ਇਹੀ ਉਪਦੇਸ਼ ਗਰੀਬ ਨਵਾਜ ਸਾਹਿਬ ਜੀ ਨੇ ਸਾਰੇ 9 ਖੰਡਾਂ ਦੀ ਧਰਤੀ ਦੇ ਉੱਤੇ ਬਖਸ਼ਿਆ, ਕਿ ਉਹ ਵਾਹਿਗੁਰੂ ਪਰਮੇਸ਼ਵਰ ਭਾਈ ਸਾਰੇ ਥਾਵਾਂ ਤੇ ਵਿਆਪਕ ਹੈ। ਉਹਦਾ ਉਪਦੇਸ਼ ਲੈਣਾ ਹੈ ਧਾਰਮਿਕ ਸਥਾਨ ਤੇ ਆ ਕੇ, ਧਰਮਸ਼ਾਲਾ ਵਿੱਚ ਆ ਕੇ, ਗੁਰੂ ਦਰਬਾਰ ਵਿੱਚ ਆ ਕੇ, ਧਾਰਮਿਕ ਸਥਾਨ ਤੇ ਪਹੁੰਚ ਕੇ। ਗੁਰਦੁਆਰੇ ਸਾਹਿਬ ਆਉਣ ਵਾਲੇ ਗੁਰੂ ਦਰਬਾਰ ਵਿੱਚ ਆਉਂਦੇ ਹਨ, ਕੋਈ ਮਸੀਤ ਵਿੱਚ ਜਾਂਦਾ ਹੈ, ਕੋਈ ਮੰਦਿਰ ਵਿੱਚ ਜਾਂਦਾ ਹੈ। ਜਿੱਥੇ ਵੀ ਮਹਾਰਾਜ ਕਹਿੰਦੇ ਭਾਈ ਉਹਦਾ ਤੇ ਉਪਦੇਸ਼ ਲੈਣਾ ਹੈ ਨਾ ਧਾਰਮਿਕ ਸਥਾਨ ਤੋਂ, ਇਹ ਸਿੱਖਿਆ ਲੈਣੀ ਹੈ ਧਾਰਮਿਕ ਸਥਾਨ ਤੋਂ, ਤੇ ਇੱਥੋਂ ਇਹ ਸਿੱਖਿਆ ਮਿਲਣੀ ਵੀ ਉਹ ਸਾਰੇ ਥਾਵਾਂ ਤੇ ਵਿਆਪਕ ਹੈ, ਉਹ ਸਦਾ ਹੀ ਅੰਗ ਸੰਗ ਹੈ, ਉਹ ਅੰਦਰ ਵੀ ਹੈ ਬਾਹਰ ਵੀ ਹੈ। ਮੱਕੇ ਵੀ ਮਹਾਰਾਜ ਨੇ ਪਹੁੰਚ ਕੇ ਉਹ ਕਾਬੇ ਦੇ ਮੰਦਿਰ ਵਿੱਚ ਇਹੀ ਉਪਦੇਸ਼ ਦਿੱਤਾ ਸੀ। ਜਦੋਂ ਸਤਿਗੁਰੂ ਜੀ ਹਾਜੀਆਂ ਵਾਲਾ ਸਰੂਪ ਧਾਰਨ ਕਰਕੇ ਉੱਥੇ ਗਏ ਸਨ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ, ਬਾਂਗ ਮੁਸੱਲਾ ਧਾਰੀ, ਜਾਏ ਬੈਠਾ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦਾ ਕਿਉਂ ਕਰ ਪਿਆ ਹੋਏ ਬਜਗਾਰੀ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਹਾਰੀ। ਹੈਰਾਨ ਹੋ ਕੇ ਨਮਸਕਾਰਾਂ ਕੀਤੀਆਂ। ਉਹਨਾਂ ਨੇ ਆਖਿਆ ਤੁਸੀਂ ਇੱਧਰ ਨੂੰ ਪੈਰ ਕੀਤੇ ਹੋਏ ਆ। ਮਹਾਰਾਜ ਕਹਿੰਦੇ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਕਰ ਦਿਓ। ਚੁੱਕ ਕੇ ਜਦੋਂ ਗੁੱਸੇ ਨਾਲ ਘੁਮਾਉਣ ਲੱਗੇ, ਜੀਵਨ ਜਿਹੜਾ ਉੱਥੋਂ ਦਾ ਸੇਵਾਦਾਰ ਸੀ, ਜੀਵਨ ਮਾਰੀ ਲੱਤ ਦੀ, ਮਹਾਰਾਜ ਦੇ ਵੱਖੀ 'ਚ ਲੱਤ ਵੀ ਮਾਰੀ ਸੀ। ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦਾ ਕਿਉਂ ਕਰ ਪਿਆ ਹੋਏ ਬਜਗਾਰੀ। ਕਹਿੰਦੇ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ ਤੁਸੀਂ। ਫਿਰ ਮਹਾਰਾਜ ਸਾਹਿਬ ਜੀ ਨੂੰ ਲੱਤ ਤੋਂ ਫੜ ਕਰਕੇ ਘੜੀਸ ਕੇ ਦੂਜੇ ਬੰਨੇ ਕਰਨ ਲੱਗਾ। ਸਤਿਗੁਰੂ ਜੀ ਨੇ ਆਖਿਆ ਸੀ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਪੈਰ ਕਰਦੇ ਸਾਡੇ। ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਲੱਤ ਤੋਂ ਫੜ ਕੇ ਦੂਸਰੇ ਪਾਸੇ ਨੂੰ ਘੜੀਸ ਕੇ ਕਰਨ ਲੱਗਾ ਤੇ ਨਾਲ ਹੀ ਫਿਰਿਆ ਮੱਕਾ। ਮੱਕਾ ਵੀ ਉਧਰ ਹੀ ਫਿਰਦਾ ਹੋਇਆ ਵੇਖਿਆ, ਘੁੰਮਿਆ ਹੋਇਆ ਵੇਖਿਆ। ਇਹ ਕਲਾ ਵਿਖਾਈ ਉੱਥੇ। ਇਹ ਕਿਉਂ ਵਿਖਾਈ? ਇਹ ਦੱਸਣ ਵਾਸਤੇ ਵੀ ਖੁਦਾ ਸਿਰਫ ਇੱਕੇ ਪਾਸੇ ਨਹੀਂ ਤੇ ਇੱਕੇ ਥਾਂ ਤੇ ਨਹੀਂ, ਉਹਨੂੰ ਹਰ ਇੱਕ ਥਾਂ ਤੇ, ਘਰ ਵਿੱਚ ਵੀ, ਬਾਜ਼ਾਰ ਵਿੱਚ ਵੀ, ਜਿੱਥੇ ਵਿਚਰਦੇ ਹੋ ਸਾਰਾ ਦਿਨ ਸਾਰਾ ਜੀਵਨ
ਉੱਥੇ ਉਹਨੂੰ ਨਾਲ ਸਮਝੋ, ਹਰ ਇੱਕ ਥਾਂ ਤੇ ਨਾਲ ਸਮਝੋ। ਇਹ ਨਹੀਂ ਵੀ ਧਾਰਮਿਕ ਸਥਾਨ ਤੇ ਆ ਕੇ ਧਾਰਮਿਕ ਬਣ ਗਏ, ਘਰ ਵਿੱਚ ਜਾ ਕਰਕੇ ਹੋਰ ਕੁਝ ਬਣ ਗਏ ਤੇ ਬਾਜ਼ਾਰ ਵਿੱਚ ਜਾ ਕੇ ਹੋਰ ਕੁਝ ਬਣ ਗਏ। ਉਹ ਖੁਦਾ ਦੇ ਉੱਤੇ ਇੱਕ ਰਸ ਭਾਵਨਾ ਰੱਖੋ। ਜਿਹੜੀ ਭੈ ਭਾਵਨੀ ਧਾਰਮਿਕ ਸਥਾਨ ਤੇ ਆ ਕੇ ਬਣਦੀ ਹੈ ਵੀ ਇਹ ਖੁਦਾ ਦਾ ਘਰ ਹੈ, ਇਹ ਪਰਮੇਸ਼ਰ ਦਾ ਘਰ ਹੈ, ਇਹ ਗੁਰੂ ਦਾ ਘਰ ਹੈ, ਮਹਾਰਾਜ ਕਹਿੰਦੇ ਉਹ ਭਾਵਨਾ ਸਦਾ ਵਾਸਤੇ ਅੰਦਰ ਬਣੀ ਰਵੇ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਜਰੇ ਜਰੇ ਵਿੱਚ ਵਿਆਪਕ ਹੈ, ਹਰ ਇੱਕ ਥਾਂ ਤੇ ਵਿਆਪਕ ਹੈ। ਇਹ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਸੀ। ਇਹ ਜੁਗਤੀ ਵਰਤੀ ਸੀ, ਉੱਥੇ ਢੰਗ ਵਰਤਿਆ ਸੀ ਗੁਰੂ ਸਾਹਿਬ ਜੀ ਨੇ ਜਾਣ ਬੁੱਝ ਕੇ ਉਪਦੇਸ਼ ਦੇਣ ਵਾਸਤੇ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ। ਕਿਉਂਕਿ ਸਤਿਗੁਰੂ ਜੀ ਆਏ ਭੁੱਲਿਆਂ ਨੂੰ ਮਾਰਗ ਦੱਸਣ ਵਾਸਤੇ। ਇਹਦਾ ਭਾਵ ਇਹ ਨਹੀਂ ਹੈ ਵੀ ਧਾਰਮਿਕ ਸਥਾਨ ਵੱਲੇ ਪੈਰ ਕਰਨੇ ਚਾਹੀਦੇ ਹਨ, ਵੀ ਜਾਂ ਕੋਈ ਧਾਰਮਿਕ ਸਥਾਨ ਵੱਲੇ ਉਧਰ ਨੂੰ ਪੈਰ ਕਰਕੇ ਉਧਰ ਨੂੰ ਲੱਤਾਂ ਕਰ ਲੈਣੀਆਂ ਚਾਹੀਦੀਆਂ। ਇਹਦਾ ਇਹ ਨਹੀਂ ਇਹਦੇ ਚੋਂ ਸਿੱਖਿਆ ਲੈਣੀ। ਕਈ ਇਹਦੇ ਚੋਂ ਇਹ ਵੀ ਸਿੱਖਿਆ ਲੈ ਲੈਂਦੇ ਵੀ ਬਾਬਾ ਜੀ ਨੇ ਵੀ ਤਾਂ ਉਧਰ ਨੂੰ ਪੈਰ ਕੀਤੇ ਹੀ ਸੀ ਨਾ, ਆਪਾਂ ਵੀ ਗੁਰਦੁਆਰੇ ਸਾਹਿਬ ਵੱਲ ਨੂੰ ਐ ਨੂੰ ਲੰਮੀਆਂ ਲੱਤਾਂ ਕਰਕੇ ਬਹਿ ਜਾਂਦੇ ਆ। ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਆਪਾਂ ਬਾਬਾ ਜੀ ਨਹੀਂ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ। ਤੇ ਜਿਨ੍ਹਾਂ ਦੇ ਮਨ, ਜਿਨ੍ਹਾਂ ਨੇ ਆਪਣੇ ਅੰਦਰਲੇ ਪਾਸਿਓਂ ਪਿੱਠ ਕੀਤੀ ਹੋਈ ਸੀ ਨਾ ਧਾਰਮਿਕ ਸਥਾਨ ਵੱਲ ਨੂੰ, ਤੇ ਮੂੰਹ ਸੰਸਾਰ ਵੱਲ ਨੂੰ ਕੀਤਾ ਹੋਇਆ ਸੀ, ਪਰਿਵਾਰ ਵੱਲ ਨੂੰ ਕੀਤਾ ਸੀ, ਬਾਜ਼ਾਰ ਵੱਲ ਨੂੰ ਕੀਤਾ ਸੀ, ਉਹਨਾਂ ਦਾ ਮੂੰਹ ਇੱਧਰ ਨੂੰ ਫੇਰਨ ਵਾਸਤੇ ਚਰਨ ਇੱਧਰ ਨੂੰ ਕੀਤੇ ਸੀ। ਵੀ ਜਿਹੜੇ ਮਨਮੁਖ ਬਣੇ ਹੋਏ ਆ, ਸਿਰਫ ਸਰੀਰ ਕਰਕੇ ਹੀ ਧਾਰਮਿਕ ਸਥਾਨ ਤੇ ਆਉਂਦੇ ਆ, ਮਨ ਕਰਕੇ ਭਾਵਨਾ ਨਹੀਂ ਰੱਖਦੇ, ਪਰਮੇਸ਼ਰ ਨੂੰ ਸਰਬ ਵਿਆਪਕ ਨਹੀਂ ਸਮਝਦੇ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਕੁਝ ਸਮੇਂ ਵਾਸਤੇ ਇਹ ਕੌਤਕ ਕੀਤਾ ਸੀ ਉਸ ਮੰਦਰ ਦੇ ਉਸ ਇਮਾਰਤ ਵੱਲ ਨੂੰ ਚਰਨ ਕਰਕੇ। ਇਹਦੇ ਤੋਂ ਇਹ ਸਿੱਖਿਆ ਨਹੀਂ ਲੈਣੀ ਚਾਹੀਦੀ ਵੀ ਅਸੀਂ ਵੀ ਗੁਰੂ ਸਾਹਿਬ ਵੱਲ ਨੂੰ ਲੰਮੀਆਂ ਲੱਤਾਂ ਕਰਕੇ ਬਹਿ ਜਾਈਏ। ਜਦੋਂ ਬਹਿਣਾ, ਜਦੋਂ ਨਮਸਕਾਰ ਕਰਨੀ, ਉਦੋਂ ਭਾਵਨਾ ਦੇ ਨਾਲ ਚੌਂਕੜਾ ਲਾ ਕੇ ਬੈਠਣਾ ਚਾਹੀਦਾ। ਜੇ ਕੋਈ ਮਜਬੂਰੀ ਹੈ, ਕੋਈ ਨਹੀਂ ਲੱਤਾਂ ਚੌਂਕੜਾ ਮਾਰ ਸਕਦੀਆਂ, ਤੇ ਸੱਜੇ ਖੱਬੇ ਪਾਸੇ ਨੂੰ ਕਰ ਲੈਣੀਆਂ ਚਾਹੀਦੀਆਂ। ਅਦਬ ਫਿਰ ਵੀ ਗੁਰੂ ਸਾਹਿਬ ਜੀ ਦਾ ਰੱਖਣਾ ਚਾਹੀਦਾ। ਇਹ ਮਹਾਰਾਜ ਸਾਹਿਬ ਜੀ ਨੇ ਉੱਥੇ ਸਿੱਖਿਆ ਦਿੱਤੀ, ਕਿਉਂਕਿ ਸਤਿਗੁਰੂ ਭੁੱਲਿਆ ਹੋਇਆਂ ਨੂੰ ਮਾਰਗ ਦੱਸਣ ਵਾਸਤੇ ਆਏ। ਤਾਂ ਹੀ ਆਖਿਆ ਹੈ ਅੰਮ੍ਰਿਤ ਬਾਣੀ ਵਿੱਚ, ਭੂਲੇ ਮਾਰਗ ਜਿਨਹਿ ਬਤਾਇਆ, 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 ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੇ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੇ ਪਾਇਆ, ਐਸਾ ਗੁਰਵਟ ਭਾਗੇ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ। ਗਰੀਬ ਨਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਸਿੱਧੋ, ਮੇਰਾ ਜੋ ਗੁਰੂ ਹੈ ਨਾ, ਉਹ ਦਇਆ ਦਾ ਘਰ ਹੈ, ਦਿਆਲੂ ਹੈ। ਕਿੱਡਾ ਵੱਡਾ ਦਿਆਲੂ ਹੈ ਉਹ ਪਰਮੇਸ਼ਰ ਵਾਹਿਗੁਰੂ, ਸਾਰੀ ਸ੍ਰਿਸ਼ਟੀ ਤੇ ਦਇਆ ਕਰਦਾ। ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਉਹਨੇ ਸਿਰਜਿਆ, ਕਰੋੜਾਂ ਖੰਡਾਂ ਬ੍ਰਹਿਮੰਡਾਂ ਵਿੱਚ ਇਹ ਜੀਵ ਜੰਤੂ ਪੈਦਾ ਕੀਤੇ ਤੇ ਸਾਰਿਆਂ ਤੇ ਦਇਆ ਕਰ ਰਿਹਾ। ਜਿੱਥੇ ਜਿੱਥੇ ਪੈਦਾ ਕੀਤੇ ਉੱਥੇ ਉੱਥੇ ਉਹਨਾਂ ਦੀ ਪਾਲਣਾ ਕਰ ਰਿਹਾ, ਤੇ ਪਾਲਣਾ ਦਇਆ ਨਾਲ ਹੀ ਕਰ ਰਿਹਾ, ਦਇਆ ਕਰ ਰਿਹਾ ਸਾਰਿਆਂ ਉੱਤੇ। ਤਾਂ ਹੀ ਆਖਿਆ ਹੈ, ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤ ਉਬਾਰਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। पोखत है जल में थल में पल में, कल के नहीं कर्म विचारै, दीन दयाल दया निध,
ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦਇਆ ਦੀ ਨਿਧੀ ਹੈ, ਦਇਆ ਦਾ ਸਾਗਰ ਹੈ, ਦਇਆ ਦਾ ਸਮੁੰਦਰ ਹੈ, ਦਇਆ ਦਾ ਖਜ਼ਾਨਾ ਹੈ, ਵੱਡੇ ਹਿਰਦੇ ਵਾਲਾ ਹੈ। ਏਡੀ ਵੱਡੀ ਦਇਆ ਪੱਥਰਾਂ 'ਚ ਪੈਦਾ ਕਰਕੇ ਉਹਨਾਂ ਦੀ ਵੀ ਪਾਲਣਾ ਕਰੀ ਜਾਂਦਾ ਹੈ। ਸਮੁੰਦਰਾਂ ਦਰਿਆਵਾਂ 'ਚ ਪੈਦਾ ਕਰਕੇ ਉੱਥੇ ਵੀ ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਸੈਲ ਪੱਥਰ ਮਹਿ ਜੰਤਿ ਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਤਾਂ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਵਿੱਚ ਸਾਡੀ ਲਿਵ ਦਿਨੇ ਰਾਤ ਲੱਗੀ ਰਹਿੰਦੀ ਹੈ, ਜੁੜੀ ਰਹਿੰਦੀ ਹੈ। ਉਹ ਸੱਚੇ ਨੂੰ ਸਭ ਪਾਸੇ ਵੇਖ ਕਰਕੇ ਹਰ ਇੱਕ ਥਾਂ ਤੇ ਅਸੀਂ ਉਹਦੇ ਵਿੱਚ ਭਤੀਜੇ ਹੋਏ ਹਾਂ, ਭਰੋਸੇ ਵਾਲੇ ਬਣੇ ਹੋਏ ਹਾਂ। ਉਹਦੇ ਤੇ ਸਾਡਾ ਮਨ ਭਤੀਜਿਆ ਹੋਇਆ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਰਹਿ ਗਗਨ ਪੁਰ ਦ੍ਰਿਸ਼ਟ ਸਮੈਸਰ। ਗਰੀਬ ਨਵਾਜ ਸਾਹਿਬ ਕਹਿੰਦੇ ਜਿਹੜਾ ਭਾਈ ਉਸ ਨਾਲ ਜੁੜ ਜਾਂਦਾ ਹੈ ਨਾ, ਉਹ ਫਿਰ ਗਗਨਪੁਰ, ਉਹ ਗਗਨਪੁਰੀ ਵਿੱਚ ਪਹੁੰਚ ਜਾਂਦਾ ਹੈ। ਉਹ ਗਗਨ ਨਾਮ ਹੈ ਆਕਾਸ਼ ਦਾ, ਆਕਾਸ਼ ਤੋਂ ਭਾਵ ਹੈ ਦਸਮ ਦੁਆਰ ਦਾ। ਉਹ ਫਿਰ ਉਹਦੀ ਬਿਰਤੀ, ਉਹਦੀ ਸੁਰਤ ਦਸਮ ਦੁਆਰ ਦੇ ਵਿੱਚ ਪੁੱਜ ਜਾਂਦੀ ਹੈ। ਉਹ ਦਸਮ ਦੁਆਰ ਰੂਪੀ ਪੁਰੀ ਦੇ ਵਿੱਚ ਫਿਰ ਰਹਿੰਦਾ ਹੈ। ਤੇ ਦ੍ਰਿਸ਼ਟ ਸਮੈਸਰ, ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਸਮੈਸਰ ਕੀਏ ਸਮ ਬਰਾਬਰ, ਜਿਹੜੀ ਇੱਕ ਰਸ ਰਹਿੰਦੀ ਹੈ। ਇੱਕ ਰਸ ਦ੍ਰਿਸ਼ਟੀ ਉਹਦੀ ਹੋ ਜਾਂਦੀ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦਾ ਹੈ। ਅਨਹਤ ਸ਼ਬਦ ਰੰਗੀਨਾ। ਫਿਰ ਉੱਥੇ ਇੱਕ ਰਸ ਸ਼ਬਦ ਵੱਜ ਰਿਹਾ ਹੈ ਦਸਮ ਦੁਆਰ ਦੇ ਵਿੱਚ। ਇੱਕ ਰਸ ਸ਼ਬਦ, ਜਿਹੜਾ ਸ਼ਬਦ ਨਾਸਵਾਨ ਨਹੀਂ ਹੈ, ਇੱਕ ਰਸ ਹੈ। ਹੱਤ ਨਾਸ ਹੋਣ ਤੋਂ ਅਨਰਹਿਤ ਹੈ। ਉਸ ਸ਼ਬਦ ਦੇ ਵਿੱਚ, ਉਸ ਬ੍ਰਹਮ ਦੇ ਵਿੱਚ, ਉਸ ਨਾਦ ਦੇ ਵਿੱਚ ਰੰਗੀਣਾ ਜਗਿਆਸੂ ਰੰਗਿਆ ਜਾਂਦਾ ਹੈ। ਉਹ ਦਸਮ ਦੁਆਰ ਦੇ ਵਿੱਚ ਉਹਦੀ ਲਿਵ ਜੁੜੀ ਰਹਿੰਦੀ ਹੈ। ਸਤ ਬੰਦ ਕਪੀਨ ਭਰਪੁਰ ਲੀਨਾ। ਜਿਹੜੇ ਸਿੱਧ ਲੋਕ ਹਨ ਉਹ ਕਪੀਨ ਪਹਿਨਦੇ ਹਨ। ਕਪੀਨ ਕਹਿੰਦੇ ਲੰਗੋਟੀ ਨੂੰ, ਲੰਗੋਟੀ ਲਾਉਂਦੇ ਆ। ਤਾਂ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਜੋ ਉਹ ਸੱਤ ਉੱਚਾ ਆਚਰਣ ਹੈ ਨਾ ਦਿੱਤਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ, ਉਹਦੇ ਵਿੱਚ ਇਹੀ ਅਸੀਂ ਬੰਦ ਕਪੀਨਾ, ਇਹ ਕਪੀਨ ਜਿਹੜੀ ਹੈ ਇਹ ਬੰਨੀ ਹੋਈ ਹੈ ਜੋ ਉੱਚਾ ਆਚਰਣ ਬਣਾਇਆ ਹੋਇਆ ਹੈ। ਜੋ ਸੱਤ ਉੱਚੇ ਆਚਰਣ ਵਾਲੇ, ਜੋ ਸੱਤ ਸਰੂਪ ਦੇ ਨਾਲ ਜੁੜੇ ਹੋਏ ਹਾਂ, ਇਹੀ ਕਪੀਨ ਧਾਰਨ ਕੀਤੀ ਹੈ। ਭਰਪੁਰ ਲੀਣਾ, ਜੋ ਸਾਰੇ ਥਾਵਾਂ ਦੇ ਉੱਤੇ ਵਿਆਪਕ ਹੈ, ਉਸ ਦੇ ਵਿੱਚ ਅਸੀਂ ਲੀਨ ਹੋ ਰਹੇ ਹਾਂ, ਇਹੀ ਕਪੀਨ ਧਾਰਨ ਕੀਤੀ ਹੈ। ਜੀਵਾ ਰੰਗ ਰਸੀਨਾ। ਤੇ ਜਿਹਵਾ ਜੀਵ ਦੇ ਨਾਲ ਉਸ ਰੰਗ ਸਰੂਪ, ਪ੍ਰੇਮ ਸਰੂਪ ਦੇ ਰਸ ਦੇ ਵਿੱਚ ਲੀਨ ਹੋ ਰਹੇ ਹਾਂ। ਸਾਡੀ ਜੀਭ ਉਹ ਰਸ ਦੇ ਘਰ, ਪ੍ਰੇਮ ਦਾ ਰੂਪ ਪਰਮੇਸ਼ਰ ਦੇ ਨਾਮ ਨੂੰ ਜਪ ਰਹੀ ਹੈ, ਉਹਦੇ ਵਿੱਚ ਰਸ ਲੈਣ ਵਾਲੀ ਬਣੀ ਹੋਈ ਹੈ। ਮਿਲੇ ਗੁਰ ਸਾਚੇ ਜਿਨ ਰਚ ਰਾਚੇ। ਮਹਾਰਾਜ ਕਹਿੰਦੇ ਵੀ ਅਸੀਂ ਹੋਰ ਗੁਰੂ ਨੂੰ ਕੀ ਧਾਰਨ ਕਰਨਾ ਹੈ ਸੰਸਾਰ ਵਿੱਚ। ਸਿੱਧ ਕਹਿੰਦੇ ਸੀ ਤੁਸੀਂ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਓ। ਜਗਤ ਗੁਰੂ ਜੀ ਕਹਿੰਦੇ ਵੀ ਸਾਨੂੰ ਤਾਂ ਗੁਰੂ ਮਿਲਿਆ ਹੋਇਆ ਹੈ, ਮਿਲੈ ਗੁਰ ਸਾਚੇ, ਸਾਨੂੰ ਤਾਂ ਸੱਚਾ ਗੁਰੂ ਮਿਲਿਆ ਹੋਇਆ ਹੈ ਜਿਹੜਾ ਕਦੀ ਵੀ ਨਾਸ ਨਹੀਂ ਹੁੰਦਾ। ਉਹ ਗੁਰੂ ਸਾਨੂੰ ਮਿਲੇ ਆ, ਸੱਚੇ ਗੁਰੂ, ਉਹ ਆ ਅਕਾਲ ਪੁਰਖ ਵਾਹਿਗੁਰੂ ਜੀ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਪਰਮੇਸ਼ਵਰ ਵਾਹਿਗੁਰੂ ਸੱਚੇ ਗੁਰੂ ਸਾਨੂੰ ਮਿਲੇ ਹੋਏ ਤੇ ਉਹ ਐਸਾ ਗੁਰੂ ਹੈ ਸਾਡਾ, ਇਹ ਸਾਰੀ ਰਚਨਾ ਰਚਣ ਤੋਂ ਪਹਿਲਾਂ ਵੀ ਉਹ ਸੀ ਤੇ ਰਚਨਾ ਉਹਨੇ ਰਚ ਦਿੱਤੀ, ਰਚਨਾ ਦੇ ਵਿੱਚ ਵੀ ਵਿਆਪਕ ਹੈ। ਰਚਨਾ ਨੂੰ ਸਮਾਪਤ ਕਰ ਦੇਵੇਗਾ ਫਿਰ ਵੀ ਉਹਨੇ ਰਹਿਣਾ ਹੈ। ਇਸ ਕਰਕੇ ਉਹ ਸੱਚਾ ਹੈ। ਸੱਚਾ ਉਹਨੂੰ ਆਖਿਆ ਜਿਹੜਾ ਸਦਾ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਐਸਾ ਗੁਰੂ ਸਾਨੂੰ ਮਿਲਿਆ ਹੋਇਆ। ਮਿਲੈ ਗੁਰ ਸਾਚੇ ਜਿਨ ਰਚ ਰਾਚੇ, ਜਿਸ ਨੇ ਸਾਰੀ ਰਚਨਾ ਨੂੰ ਰਾਚੇ ਰਚਿਆ ਹੋਇਆ,
ਸਾਰੀ ਰਚਨਾ ਜਿਹਨੇ ਰਚੀ ਹੋਈ ਹੈ, ਜਿਹਦੀ ਰਚਨਾ ਦਾ ਕੋਈ ਅੰਤ ਹੀ ਨਹੀਂ ਹੈ। ਕਰੋੜਾਂ ਖੰਡ ਬ੍ਰਹਿਮੰਡ ਉਹਨੇ ਸਿਰਜੇ ਹਨ। ਐਸਾ ਉਹ ਸੱਚਾ ਗੁਰੂ ਹੈ ਜਿਸ ਨੇ ਰਾਚ ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਰਾਚੇ ਰਚਿਆ, ਤੇ ਸਥੂਲ ਤੱਤਾਂ ਦੁਆਰਾ ਇਹ ਸਥੂਲ ਸ੍ਰਿਸ਼ਟੀ ਉਸਨੇ ਰਚੀ ਹੋਈ ਹੈ। ਜਿਸ ਨੇ ਇਹ ਸਾਰੀ ਰਚਨਾ ਰਚੀ ਹੋਈ ਹੈ, ਅਸੀਂ ਤਾਂ ਉਹਦੇ ਨਾਲ ਰਚੇ ਹੋਏ ਹਾਂ। ਉਹ ਸਾਨੂੰ ਸੱਚਾ ਗੁਰੂ ਮਿਲਿਆ ਹੋਇਆ ਹੈ। ਕਿਰਤ ਵਿਚਾਰ ਪਤੀਨਾ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਉਹਦੀ ਕਿਰਤ ਨੂੰ ਵੇਖ ਕਰਕੇ, ਉਹਦੀ ਕੀਤੀ ਹੋਈ ਏ ਕਿਰਤ ਨੂੰ ਵਿਚਾਰ ਕਰਕੇ ਅਸੀਂ ਉਹਦੇ ਤੇ ਪਤੀਣਾ ਭਤੀਜੇ ਹੋਏ ਹਾਂ। ਉਸ ਵਾਹਿਗੁਰੂ ਜੀ ਦੇ ਨਾਲ ਅਸੀਂ ਜੁੜੇ ਹੋਏ ਹਾਂ। ਉਹਦੀ ਕਿਰਤ ਵੇਖੋ ਕਿੱਡੀ ਵੱਡੀ। ਉਹ ਆਪ ਕਰਤਾ ਹੈ ਤੇ ਬਾਕੀ ਸਾਰੀ ਉਹਦੀ ਕਿਰਤ ਹੈ। ਕਿਰਤ ਨਾਮ ਆ ਜਿਹੜੀ ਪੈਦਾ ਹੋਈ ਹੈ, ਜਿਹੜੀ ਉਸਨੇ ਪੈਦਾ ਕੀਤੀ ਹੈ। ਆਪ ਉਹ ਕਰਤਾ ਪੁਰਖ ਹੈ, ਪੈਦਾ ਕਰਨ ਵਾਲਾ ਹੈ, ਤੇ ਬਾਕੀ ਸਾਰੀ ਸ੍ਰਿਸ਼ਟੀ ਉਹਦੀ ਪੈਦਾ ਕੀਤੀ ਹੋਈ ਕਿਰਤ ਹੈ। ਅਸੀਂ ਸਾਰੇ ਕਿਰਤ 'ਚ ਹੀ ਆਉਂਦੇ ਹਾਂ। ਜਿੰਨੇ ਮਨੁੱਖ ਵਾਏ ਕਰਤਾਰ ਦੀ ਕਿਰਤ ਹੈ। ਜਿੰਨੀਆਂ ਜੂਨਾਂ ਹਨ 84 ਲੱਖ ਜੂਨਾਂ, ਇਹ ਉਸ ਵਾਹਿਗੁਰੂ ਦੀ ਕਿਰਤ ਹੈ। ਆ ਧਰਤੀ ਆਕਾਸ਼ ਬਨਸਪਤੀ ਜੋ ਕੁਝ ਦ੍ਰਿਸ਼ਟਮਾਨ ਸੰਸਾਰ ਹੈ, ਇਹ ਸਾਰੀ ਉਹਦੀ ਕਿਰਤੀ ਤਾਂ ਹੈ। ਤੇ ਜਿਹੜੀ ਕਿਰਤ ਹੈ ਨਾ, ਇਹਨੂੰ ਉਹ ਪੈਦਾ ਕਰਨ ਵਾਲਾ ਕਰਤਾ ਹੈ। ਉਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਪਰ ਉਹਨੂੰ ਕਿਸੇ ਨੇ ਵੀ ਨਹੀਂ ਪੈਦਾ ਕੀਤਾ। ਇਹੀ ਅਚਰਜ ਹੈ। ਉਸ ਨੂੰ ਪੈਦਾ ਕਰਨ ਵਾਲਾ ਨਾ ਕੋਈ ਪਿਤਾ ਹੈ, ਨਾ ਕੋਈ ਮਾਤਾ ਹੈ, ਤੇ ਉਹਨੇ ਆਪ ਸਾਰੀ ਕਿਰਤ ਨੂੰ ਪੈਦਾ ਕੀਤਾ ਹੋਇਆ ਹੈ। ਤੇ ਇਹ ਕਿਰਤ ਜਿਹੜੀ ਆ, ਉਸ ਕਰਤੇ ਦੀ ਸਿਫਤ ਤਾਂ ਕਰ ਸਕਦੀ ਆ, ਵਡਿਆਈਆਂ ਤੇ ਕਰ ਸਕਦੀ ਆ, ਪਰ ਕਰਤੇ ਦਾ ਅੰਤ ਨਹੀਂ ਪਾ ਸਕਦੀ। ਕਿਉਂਕਿ ਕਿਰਤ ਜੋ ਹੋਈ, ਉਹਦਾ ਪੈਦਾ ਕੀਤਾ, ਉਸ ਵਾਹਿਗੁਰੂ ਦਾ ਅੰਤ ਪਾਉਣਾ ਚਾਹਵੇ ਤੇ ਕਿਵੇਂ ਪਾ ਸਕਦਾ? ਉਹਨੇ ਤੇ ਪੈਦਾ ਕੀਤਾ, ਪੈਦਾ ਵੀ ਉਹਨੇ ਕੀਤਾ ਹੈ ਤੇ ਖਤਮ ਵੀ ਉਹਨੇ ਕਰਨਾ ਹੈ। ਇਹੀ ਮਹਾਰਾਜ ਨੇ ਗੁਰਬਾਣੀ 'ਚ ਆਖਿਆ ਵੀ ਕਰਤੇ ਕੀ ਮਿੱਤ ਨਾ ਜਾਣੈ ਕੀਆ। ਕਰਤੇ ਦੀ ਮਰਿਆਦਾ ਨੂੰ ਪੈਦਾ ਕੀਤਾ ਹੋਇਆ ਨਹੀਂ ਜਾਣ ਸਕਦਾ। ਓਨੀ ਕੁ ਜਾਣ ਸਕਦਾ ਹੈ ਉਹਦੀ ਮਿੱਤ ਮਰਿਆਦਾ ਨੂੰ, ਜਿੰਨੀ ਕੁ ਆਪ ਜਣਾ ਦਵੇ, ਜਿੰਨੀ ਕੁ ਆਪ ਸਮਝਾ ਦਵੇ। ਉਹ ਕਰਤਾ ਹੈ, ਇਹ ਕਿਰਤ ਹੈ। ਇਸ ਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਇਸ ਤਰ੍ਹਾਂ ਵੀ ਬਿਆਨਿਆ ਹੈ, ਪਿਤਾ ਕਾ ਜਨਮ ਕੇ ਜਾਣੈ ਪੂਤ। ਕਿ ਆਪਣੇ ਪਿਤਾ ਦੇ ਜਨਮ ਨੂੰ ਪੁੱਤਰ ਕੀ ਜਾਣ ਸਕਦਾ ਹੈ? ਪੁੱਤਰ ਨੂੰ ਕੀ ਪਤਾ ਵੀ ਮੇਰੇ ਪਿਤਾ ਦਾ ਜਨਮ ਕਦੋਂ ਹੋਇਆ? ਜਾਣ ਕਿਵੇਂ ਸਕਦਾ ਹੈ? ਜੇ ਪਿਤਾ ਜਣਾਵੇ ਤੇ, ਜੇ ਪਿਤਾ ਦੱਸ ਦਵੇ ਵੀ ਮੇਰਾ ਆ ਜਨਮ ਤਰੀਕ ਹੈ ਮੇਰੀ, ਤਾਂ ਫਿਰ ਤਾਂ ਪੁੱਤਰ ਜਾਣ ਸਕਦਾ, ਸਮਝ ਸਕਦਾ। ਨਹੀਂ ਤੇ ਪੁੱਤਰ ਤੇ ਹੈਗਾ ਹੀ ਨਹੀਂ ਸੀ ਉਸ ਮੌਕੇ ਤੇ। ਪਿਤਾ ਦੇ ਜਨਮ ਨੂੰ ਉਹ ਕੀ ਜਾਣ ਸਕਦਾ ਹੈ? ਪਿਤਾ ਦੇ ਬਾਰੇ ਉਹ ਕੀ ਜਾਣ ਸਕਦਾ ਹੈ? ਇਹ ਤਾਂ ਸੰਸਾਰੀ ਉਦਾਹਰਨ ਦਿੱਤੀ ਮਹਾਰਾਜ ਸਾਹਿਬ ਜੀ ਨੇ। ਉਹਦਾ ਤੇ ਜਨਮ ਹੀ ਨਹੀਂ ਹੋਇਆ। ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਨਾ ਕੋਈ ਮਾਤਾ ਪਿਤਾ ਹੈ, ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਐਸਾ ਜਿਹੜਾ ਗੁਰੂ ਹੈ, ਇਸੇ ਨੂੰ ਕਲਗੀਧਰ ਪਾਤਸ਼ਾਹ ਨੇ ਚੌਪਈ ਸਾਹਿਬ 'ਚ ਆਖਿਆ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਐਹੋ ਹਮਾਰਾ। ਇੱਥੇ ਆਦਿ ਅੰਤ ਪਰਮੇਸ਼ਰ ਦਾ ਨਹੀਂ ਹੈ, ਉਸ ਵਾਹਿਗੁਰੂ ਦਾ ਨਹੀਂ ਹੈ। ਇੱਥੇ ਆਦਿ ਅੰਤ ਸ੍ਰਿਸ਼ਟੀ ਦਾ ਆਖਿਆ ਹੈ, ਆਦਿ ਅੰਤ ਕਿਰਤ ਦਾ ਆਖਿਆ ਹੈ। ਜਿਹੜੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਵੀ ਇਹਦੇ ਆਦ ਤੋਂ ਲੈ ਕੇ ਅੰਤ ਤੱਕ, ਇਹਦੇ ਆਰੰਭ ਤੋਂ ਪਹਿਲਾਂ ਵੀ ਉਹ ਹੈ, ਇਹਦੇ ਅੰਤ ਤੋਂ ਮਗਰੋਂ ਵੀ ਉਹ ਹੈ, ਜੋ ਇੱਕੋ ਇੱਕ ਹੈ। ਆਦਿ ਅੰਤ ਏਕ ਅਵਤਾਰਾ, ਉਹ ਹੈ ਵਾਹਿਗੁਰੂ ਅਕਾਲ ਪੁਰਖ। ਸੋਈ ਗੁਰੂ ਸਮਝੀਐਹੋ ਹਮਾਰਾ, ਉਹ ਸਾਡਾ ਗੁਰੂ ਹੈ। ਮਹਾਰਾਜ ਕਹਿੰਦੇ ਮਿਲੈ ਗੁਰ ਸਾਚੇ, ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਣਾ। ਉਹ ਕਰਤੇ ਦੀ ਕਿਰਤ ਦੀ ਵਿਚਾਰ ਕਰਕੇ ਅਸੀਂ ਉਹਦੇ ਵਿੱਚ ਭਤੀਜੇ ਹੋਏ ਹਾਂ, ਭਰੋਸੇ ਵਾਲੇ ਹੋਏ ਹਾਂ। ਏਕ ਮਹਿ ਸਰਬ ਸਰਬ ਮਹਿ ਏਕਾ। ਮਹਾਰਾਜ ਕਹਿੰਦੇ ਉਹ ਇੱਕ ਹੈ, ਅਕਾਲ ਪੁਰਖ ਵਾਹਿਗੁਰੂ। ਉਸ ਇੱਕ ਦੇ ਵਿੱਚ ਸਰਬ ਸਾਰੀ ਸ੍ਰਿਸ਼ਟੀ ਹੈ। ਉਹਨੇ ਆਪਣੇ ਵਿੱਚ ਰੱਖਿਆ ਹੋਇਆ ਸਾਰਿਆਂ ਨੂੰ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ
ਕਾਲ ਪੁਰਖ ਕੀ ਦੇਹ ਮੋਹ। ਉਹਨੂੰ ਅਕਾਲ ਵੀ ਆਖਿਆ ਹੈ ਤੇ ਕਾਲ ਵੀ ਆਖਿਆ ਮਹਾਰਾਜ ਨੇ। ਐੜੇ ਨਾਲ ਵੀ ਆਖਿਆ ਤੇ ਐੜੇ ਤੋਂ ਬਿਨਾਂ ਵੀ ਆਖਿਆ। ਇੱਥੇ ਗਰੀਬ ਨਵਾਜ ਕਹਿੰਦੇ ਕਾਲ, ਕਾਲ ਤੋਂ ਭਾਵ ਉਹ ਅਕਾਲ ਪੁਰਖ ਵਾਹਿਗੁਰੂ ਹੀ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼। ਆਖਿਆ ਕਰੋੜਾਂ ਵਿਸ਼ਨੂੰ ਅਕਾਲ ਪੁਰਖ ਦੀ ਦੇਹ ਵਿੱਚ, ਤੇ ਕਰੋੜਾਂ ਹੀ ਮਹੇਸ਼ ਹਨ, ਸ਼ਿਵ ਜੀ ਹਨ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼। ਕੋਟ ਇੰਦਰ, ਕਰੋੜਾਂ ਇੰਦਰ ਦੇਵਤੇ। ਬ੍ਰਹਮਾ ਕਿਤੇ, ਕਿਤਨੇ ਹੀ ਬੇਅੰਤ ਬ੍ਰਹਮੇ ਹਨ। ਰਵ ਸਸ ਕਰੋੜ ਜਲੇਸ। ਰਵ ਕਹੀਏ ਸੂਰਜ, ਸਸ ਕਹੀਏ ਚੰਦਰਮਾ, ਜਲੇਸ ਕਹੀਏ ਜਲ ਦਾ ਦੇਵਤਾ ਵਰਨ। ਇਹ ਸਾਰੇ ਮਹਾਰਾਜ ਕਹਿੰਦੇ ਬੇਅੰਤੀ ਬੇਅੰਤ ਕਾਲ ਪੁਰਖ ਦੀ ਦੇਹ ਵਿੱਚ ਹਨ। ਉਹ ਏਡਾ ਵੱਡਾ ਹੈ, ਉਹਨੇ ਸਾਰਿਆਂ ਨੂੰ ਆਪਣੇ ਵਿੱਚ ਰੱਖਿਆ ਹੋਇਆ। ਏਕ ਮਹਿ ਸਰਬ, ਉਸ ਇੱਕ ਦੇ ਵਿੱਚ ਹੀ ਸਰਬ ਸਾਰੇ ਖੰਡ ਬ੍ਰਹਿਮੰਡ ਵਸੇ ਹੋਏ ਆ। ਸਰਬ ਮਹਿ ਏਕਾ, ਤੇ ਸਾਰਿਆਂ ਦੇ ਵਿੱਚ ਉਹ ਆਪ ਵਸਿਆ ਹੋਇਆ ਹੈ। ਇਹ ਉਹਦੀ ਤਾਣੇ ਪੇਟੇ ਵਾਲੀ ਸਾਂਝ ਹੈ। ਜਿਵੇਂ ਕੋਈ ਕੱਪੜਾ ਉਣਿਆ ਜਾਂਦਾ ਹੈ ਨਾ, ਆ ਜਿੰਨੇ ਕੱਪੜੇ ਅਸੀਂ ਪਾਏ ਆ ਇਹ ਤਾਣੇ ਪੇਟੇ ਨਾਲ ਹੀ ਬਣੇ। ਇੱਕ ਪਾਸੇ ਦਾ ਜਿਹੜਾ ਧਾਗਾ ਉਹਨੂੰ ਤਾਣਾ ਕਿਹਾ ਜਾਂਦਾ ਹੈ, ਤੇ ਦੂਜੇ ਪਾਸੇ ਦੇ ਧਾਗੇ ਨੂੰ ਪੇਟਾ ਕਿਹਾ ਜਾਂਦਾ ਹੈ। ਭਾਵੇਂ ਕੋਈ ਦਰੀ ਹੈ, ਭਾਵੇਂ ਕੋਈ ਗਿਲਮ ਗਲੀਚਾ ਹੈ, ਉਹ ਇੱਕ ਪਾਸੇ ਨੂੰ ਪਹਿਲਾਂ ਧਾਗੇ ਆ, ਫਿਰ ਦੂਜੇ ਪਾਸੇ ਨੂੰ ਓਤ ਪਰੋਤ ਵਾ ਆਪਸ ਦੇ ਵਿੱਚ, ਉਹਨੂੰ ਤਾਣਾ ਪੇਟਾ ਆਖਿਆ। ਇਹ ਤਾਣੇ ਪੇਟੇ ਦੀ ਸਾਂਝ ਹੈ ਕਰਤਾਰ ਦੀ ਤੇ ਕਿਰਤ ਦੀ, ਕਾਦਰ ਦੀ ਤੇ ਕੁਦਰਤ ਦੀ, ਰਚਨਹਾਰ ਦੀ ਤੇ ਰਚਨਾ ਦੀ, ਸਿਰਜਣਹਾਰ ਦੀ ਤੇ ਸਿਰਜਣਾ ਦੀ, ਨਿਰੰਕਾਰ ਦੀ ਤੇ ਸੰਸਾਰ ਦੀ। ਤਾਣੇ ਪੇਟੇ ਨਾਲ ਓਤ ਪ੍ਰੋਤ ਹੈ ਉਹ ਆਪਣੀ ਰਚਨਾ ਦੇ ਵਿੱਚ। ਮਹਾਰਾਜ ਕਹਿੰਦੇ ਏਕ ਮਹਿ ਸਰਬ, ਉਸ ਇੱਕ ਓੰਕਾਰ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ। ਸਰਬ ਮਹਿ ਏਕਾ, ਤੇ ਸਾਰੀ ਸ੍ਰਿਸ਼ਟੀ ਵਿੱਚ ਉਹ ਇੱਕ ਓੰਕਾਰ ਵਸਿਆ ਹੋਇਆ। ਇਸੇ ਨੂੰ ਮਹਾਰਾਜ ਨੇ ਆਖਿਆ ਫਰੀਦਾ ਖਾਲਕ ਖਲਕ ਮਹਿ। ਖਾਲਕ ਜਿਹੜਾ ਹੈ ਨਾ, ਖਲਕਤ ਨੂੰ, ਦੁਨੀਆ ਨੂੰ ਪੈਦਾ ਕਰਨ ਵਾਲਾ, ਉਹ ਖਲਕਤ ਦੇ ਵਿੱਚ ਹੈ, ਵਿੱਚ ਬੈਠਾ ਹੋਇਆ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਤੇ ਖਲਕਤ ਕਹਿੰਦੇ ਰੱਬ ਵਿੱਚ ਵਸੀ ਹੋਈ ਹੈ। ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਉਹਦੇ ਤੋਂ ਬਿਨਾਂ ਤੇ ਕੋਈ ਥਾਂ ਵੀ ਨਹੀਂ ਹੈ, ਕੋਈ ਵੀ ਨਹੀਂ ਹੈ। ਗੁਰਮੁਖਾਂ ਵਿੱਚ ਵੀ ਉਹੀ ਵਸਿਆ ਹੋਇਆ ਹੈ, ਤੇ ਮਨਮੁਖਾਂ ਵਿੱਚ ਵੀ ਜੋਤ ਉਹਦੀ ਹੈ। ਕਿਤੇ ਪ੍ਰਗਟ ਹੈ, ਗੁਰਮੁਖਾਂ ਵਿੱਚ ਪ੍ਰਗਟ ਹੈ, ਮਨਮੁਖਾਂ ਦੇ ਵਿੱਚ ਉਹ ਗੁਪਤ ਰੂਪ ਵਿੱਚ ਵਸਿਆ ਹੋਇਆ ਹੈ। ਜਿਹੜੇ ਉਹਦੇ ਤੇ ਭਾਵਨਾ ਰੱਖਦੇ, ਸ਼ਰਧਾ ਰੱਖਦੇ, ਉਹਨਾਂ ਵਿੱਚ ਵੀ ਉਸੇ ਦੀ ਜੋਤ ਹੈ। ਤੇ ਜਿਹੜੇ ਉਹਨੂੰ ਮੰਨਦੇ ਵੀ ਨਹੀਂ, ਭੁਲਾਇਆ ਹੋਇਆ ਹੈ, ਜੋਤ ਉਹਨਾਂ ਵਿੱਚ ਵੀ ਹੈ, ਪਰ ਉੱਥੇ ਡੂੰਘੇ ਥਾਂ ਤੇ ਹੈ। ਉੱਥੇ ਅੰਦਰ ਉਸ ਨੂੰ ਮਹਾਰਾਜ ਨੇ ਆਖਿਆ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਵੋ ਨਾ ਬੁੱਝਿਆ ਹੈ ਗਵਾਰੀ। ਤੂੰ ਹਿਰਦੇ ਵਿੱਚ ਗੁਪਤ ਵਸਿਆ ਹੋਇਆ ਹੈ, ਗਵਾਰ ਮੂਰਖ ਜੀਵ, ਤੈਨੂੰ ਬੁੱਝਦਾ ਹੀ ਨਹੀਂ, ਤੈਨੂੰ ਸਮਝਦਾ ਹੀ ਨਹੀਂ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਏਕ ਮਹਿ ਸਰਬ, ਸਰਬ ਮਹਿ ਏਕਾ। ਇੱਕ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ, ਸਾਰਿਆਂ ਦੇ ਵਿੱਚ ਉਹ ਇੱਕ ਹੈ। ਇਹ ਸਤਿਗੁਰ ਦੇਖ ਦਿਖਾਈ। ਪਰ ਇਹ ਜਿਹੜੀ ਵੇਖਣ ਵਾਲੀ ਦ੍ਰਿਸ਼ਟੀ ਆ ਨਾ, ਇਹ ਸਤਿਗੁਰ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਕਿਰਪਾ ਕੀਤੀ ਆ। ਉਹਨੇ ਇਹ ਵੇਖਣ ਵਾਲੀ ਜਿਹੜੀ ਦ੍ਰਿਸ਼ਟੀ ਆ ਇਹ ਦਿੱਤੀ, ਤੇ ਫਿਰ ਇਹ ਜਿਹੜੀ ਸ੍ਰਿਸ਼ਟੀ ਇਸ ਪ੍ਰਕਾਰ ਦੇ ਨਾਲ ਉਸ ਵਾਹਿਗੁਰੂ ਜੋਤ ਨੂੰ ਵੇਖਿਆ ਹੈ। ਇਹ ਜਿਸ ਜਗਿਆਸੂ ਦੇ ਉਹ ਕਿਰਪਾ ਕਰਦੇ ਆ ਸਤਿਗੁਰੂ ਜੀ, ਤਾਂ ਉਹ ਫਿਰ ਇਸ ਤਰੀਕੇ ਨਾਲ ਵੇਖਦਾ ਹੈ। ਉਹਦੇ ਵੇਖਣ ਵਿੱਚ ਇਹ ਜਿਹੜਾ ਹੈ ਨਜ਼ਾਰਾ ਉਹ ਆਉਂਦਾ ਹੈ, ਉਹ ਵੇਖਦਾ ਸਾਰਿਆਂ ਵਿੱਚ। ਇਹ ਦ੍ਰਿਸ਼ਟੀ ਭਗਤ ਕਬੀਰ ਸਾਹਿਬ ਜੀ ਨੂੰ ਪ੍ਰਾਪਤ ਹੋਈ, ਭਗਤ ਨਾਮਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈ, ਰਵਿਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਈ। ਉਹਨਾਂ ਸਾਰਿਆਂ ਨੇ ਇਹ ਗੱਲ ਕਹੀ। ਕਿਤੇ ਤਾਂ ਆਖਿਆ ਉਹ ਸਾਰਿਆਂ ਵਿੱਚ ਉਹਦੀ ਜੋਤ ਵਸ ਰਹੀ, ਤੇ ਕਿਤੇ ਫਿਰ ਇੱਥੋਂ ਤੀਕ ਵੀ ਅਪੜ ਗਏ। ਉਹਨਾਂ ਦੀ ਅਵਸਥਾ ਬਣ ਗਈ ਵੀ ਉਹਦੇ ਤੋਂ ਬਿਨਾਂ ਹੈ ਹੀ ਕੁਝ ਨਹੀਂ। ਜਿੱਥੇ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਰਾਮ ਤੋਂ ਬਿਨਾ ਕੌਣ ਬੋਲਦਾ, ਕੋਈ ਦੂਜਾ ਬੋਲਦਾ ਹੀ ਨਹੀਂ। ਉਹਦੀ ਜੋਤ ਅੰਦਰ ਹੈ ਤਾਂ ਹੀ ਗੱਲਬਾਤ ਹੋ ਰਹੀ ਹੈ। ਜਦੋਂ ਜੋਤ ਵਿੱਚੋਂ ਖਿੱਚ ਲੈਂਦਾ ਹੈ ਕੌਣ ਬੋਲਦਾ ਹੈ? ਮਿੱਟੀ ਦੀ ਢੇਰੀ ਹੋ ਜਾਂਦਾ ਸਰੀਰ ਵਿੱਚੋਂ, ਬੋਲਣ ਵਾਲੀ ਸ਼ਕਤੀ ਨਹੀਂ ਰਹਿੰਦੀ ਹੈ। ਸਭ ਮਹਿ ਜੋਤ, ਉਹ ਸਾਰਿਆਂ ਵਿੱਚ ਉਹੀ ਜੋਤੀ ਸਰੂਪ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ।
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭੈ ਨਹਿ ਕਾਮਾ ਕੋ ਠਾਕੁਰ ਕੋ ਦਾਸਾ ਰੇ। ਕਹਿੰਦੇ ਠਾਕੁਰ ਵਿੱਚ ਵੀ ਉਹ ਜੋਤ ਹੈ, ਦਾਸ ਵਿੱਚ ਵੀ ਉਹ ਜੋਤ ਹੈ। ਫਿਰ ਉੱਥੇ ਦਾਸਾ ਤੇ ਠਾਕੁਰ ਭਾਵ ਨਹੀਂ ਰਹਿ ਜਾਂਦਾ, ਉੱਥੇ ਇੱਕ ਮਿੱਕ ਹੋ ਜਾਂਦੀ। ਫਿਰ ਅੱਗੇ ਇਦੋਂ ਵੀ ਵੱਧ ਕੇ ਕਹਿ ਦਿੱਤਾ, ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮਣਾ ਭੂਲਹੁ ਭਾਈ ਖਾਲਿਕ ਖਲਕ ਖਲਕ ਮਹਿ ਖਾਲਿਕ ਪੂਰ ਰਹਿਓ ਸਭ ਠਾਈ। ਖਲਕਤ ਵਿੱਚ ਖਾਲਕ ਹੈ, ਖਾਲਕ ਵਿੱਚ ਖਲਕਤ ਹੈ, ਸਾਰੀਆਂ ਥਾਵਾਂ ਤੇ ਪੂਰਿਆ ਹੋਇਆ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ। ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ। ਆਖਿਆ ਸਾਰਿਆਂ ਵਿੱਚ ਇੱਕੋ ਸੱਚਾ ਹੈ, ਸੋਭਾ ਵਾਲਾ। ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ। ਬੰਦਾ ਕਹੀਐ ਸੋਈ ਅੱਲਹੁ ਅਲਖ ਨਾ ਜਾਈ ਲਖਿਆ। ਗੁਰ ਗੁੜ ਦੀਨਾ ਮੀਠਾ ਕਹੈ ਕਬੀਰ ਮੇਰੀ ਸੰਕਾ ਨਾਸੇ ਸਰਬ ਨਿਰੰਜਨ ਡੀਠਾ। ਇਹ ਤਾਂ ਭਗਤ ਕਬੀਰ ਸਾਹਿਬ ਤੇ ਬਖਸ਼ਿਸ਼ ਹੋਈ ਨਾ। ਉਹ ਕਹਿੰਦੇ ਮੇਰੀ ਸ਼ੰਕਾ ਹੀ ਨਸ ਗਈ, ਮੈਂ ਸਾਰਿਆਂ ਪਾਸਿਆਂ ਤੇ ਉਸ ਨਿਰੰਜਨ ਨੂੰ ਵੇਖ ਲਿਆ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਇਹ ਸਤਿਗੁਰ ਦੇਖ ਦਿਖਾਈ। ਇਹ ਦੇਖਣ ਵਾਲੀ ਜਿਹੜੀ ਦ੍ਰਿਸ਼ਟੀ ਹੈ ਇਹ ਸਤਿਗੁਰੂ ਜੀ ਨੇ ਦਿੱਤੀ ਹੈ। ਤੇ ਤਾਂ ਫਿਰ ਉਸ ਜੋਤ ਨੂੰ ਸਤਿਗੁਰੂ ਜੀ ਨੇ ਦਿਖਾਈ ਦਿਖਾਉਣਾ ਕੀਤਾ ਹੈ, ਸਭ ਪਾਸੇ ਵੇਖਿਆ ਹੈ। ਭਗਤ ਪੀਪਾ ਜੀ ਨੇ ਵੀ ਇਹ ਬਚਨ ਕਿਹਾ, ਕਹਿੰਦੇ ਉਹ ਸਾਰੇ ਬ੍ਰਹਿਮੰਡ ਵਿੱਚ ਵਸ ਰਿਹਾ ਹੈ, ਸਾਡੇ ਪਿੰਡ ਸਰੀਰ ਵਿੱਚ ਵਸ ਰਿਹਾ ਹੈ, ਪਰ ਸਤਿਗੁਰੂ ਜੀ ਵਿਖਾਉਂਦੇ ਆ। ਜਿਹੜਾ ਜੀਵ ਸਤਿਗੁਰੂ ਜੀ ਦੀ ਸ਼ਰਨ ਪੈਂਦਾ ਨਾ, ਸਤਿਗੁਰੂ ਜੀ ਦੇ ਪਾਸੋਂ ਇਹ ਦ੍ਰਿਸ਼ਟੀ ਇਹ ਨਿਗਾਹ ਇਹ ਪ੍ਰਾਪਤ ਹੁੰਦੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੈ। ਸਤਿਗੁਰੂ ਜੀ ਨੇ ਇਹ ਦ੍ਰਿਸ਼ਟੀ ਦਿੱਤੀ ਹੈ ਤਾਂ ਫਿਰ ਉਸ ਸਰਬ ਵਿਆਪਕ ਨੂੰ ਵੇਖਿਆ ਹੈ। ਜਿਨ ਕੀਏ ਖੰਡ ਮੰਡਲ ਬ੍ਰਹਮੰਡ। ਮਹਾਰਾਜ ਜਗਤ ਗੁਰੂ ਜੀ ਕਹਿੰਦੇ, ਹੇ ਸਿੱਧੋ, ਜਿਸ ਗੁਰੂ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਖੰਡ ਪੈਦਾ ਕੀਤੇ, ਮੰਡਲ ਪੈਦਾ ਕੀਤੇ, ਬ੍ਰਹਮੰਡ ਪੈਦਾ ਕੀਤਾ। ਬ੍ਰਹਮੰਡ ਦਾ ਅਰਥ ਕੀਤਾ ਮਹਾਂਪੁਰਖਾਂ ਨੇ, ਜਿਹਦੇ ਵਿੱਚ 21 ਪੁਰੀਆਂ ਹਨ, ਉਹਨੂੰ ਬ੍ਰਹਮੰਡ ਕਿਹਾ ਜਾਂਦਾ ਹੈ, ਵੱਡੀ ਰਚਨਾ। ਤੇ ਇੱਕ ਬ੍ਰਹਮੰਡ ਨਹੀਂ ਹੈ, ਕਰੋੜਾਂ ਹੀ ਬ੍ਰਹਮੰਡ ਉਹਨੇ, ਪਤਾ ਨਹੀਂ ਕਿੰਨੇ ਕੁ ਕਰੋੜਾਂ, ਇਹ ਤਾਂ ਵਾਹਿਗੁਰੂ ਆਪ ਹੀ ਜਾਣਦਾ ਨਾ, ਸਿਰਜਣਹਾਰ। ਕਰੋੜਾਂ ਹੀ ਬ੍ਰਹਮੰਡ ਪੈਦਾ ਕੀਤੇ। ਫਿਰ ਬ੍ਰਹਮੰਡਾਂ ਦੇ ਅੰਦਰ ਜਿਹੜੇ ਆ ਉਹ ਵੱਖ-ਵੱਖ ਖੰਡ, ਵੱਖ-ਵੱਖ ਟੁਕੜੇ, ਵੱਖ-ਵੱਖ ਹਿੱਸੇ ਪੈਦਾ ਕੀਤੇ ਹੋਏ ਆ। ਜਿਵੇਂ ਧਰਤੀ ਦੇ 9 ਖੰਡਾਂ ਦਾ ਜ਼ਿਕਰ ਆਉਂਦਾ ਹੈ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਇਹ 9 ਜਿਹੜੇ ਇਹ ਧਰਤੀ ਦੇ ਟੁਕੜੇ ਹਨ, 9 ਖੰਡਾਂ ਵਿੱਚ ਵੰਡੀ ਹੋਈ ਹੈ। ਜਿਨ ਕੀ ਇਹ ਖੰਡ, ਜਿਸ ਨੇ ਇਹ 9 ਖੰਡ ਵੀ ਅਨੇਕਾਂ ਹੀ ਪੈਦਾ ਕੀਤੇ। ਮੰਡਲ ਜਿਹੜਾ ਹੈ 400 ਕੋਹ ਦਾ ਗੋਲਾਕਾਰ ਇਲਾਕਾ ਮੰਨਿਆ ਜਾਂਦਾ ਹੈ। 400 ਕੋਹ ਦੇ ਇਲਾਕੇ ਨੂੰ ਮੰਡਲ ਕਿਹਾ ਜਾਂਦਾ ਹੈ। ਤਾਂ ਉਹਨੇ ਮੰਡਲ ਵੀ ਅਨੇਕਾਂ ਹੀ ਪੈਦਾ ਕੀਤੇ। ਤੇ ਬ੍ਰਹਮੰਡ 21 ਪੁਰੀਆਂ ਵਾਲਾ ਜਿਹੜਾ ਵੱਡਾ ਅੰਡਾ ਹੈ, ਇਹ ਵੱਡੀ ਰਚਨਾ ਹੈ, ਇਹ ਬ੍ਰਹਮੰਡ ਵੀ ਉਸਨੇ ਅਨੇਕਾਂ ਹੀ ਪੈਦਾ ਕੀਤੇ ਹਨ। ਸੋ ਪ੍ਰਭ ਲਖਣ ਨਾ ਜਾਈ। ਮਹਾਰਾਜ ਕਹਿੰਦੇ ਉਹ ਪ੍ਰਭੂ ਆਪਣੇ ਆਪ ਆਪਣੇ ਯਤਨ ਦੇ ਨਾਲ ਨਹੀਂ ਲਖਿਆ ਜਾਂਦਾ। ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾ, ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਉਹ ਪ੍ਰਭੂ ਨਹੀਂ ਜਾਣਿਆ ਜਾਂਦਾ, ਨਹੀਂ ਲਖਿਆ ਜਾਂਦਾ। ਸਤਿਗੁਰੂ ਜੀ ਜਿਹਦੇ ਤੇ ਕਿਰਪਾ ਕਰਦੇ ਉਹੀ ਉਸ ਨੂੰ ਲਖ ਸਕਦਾ ਹੈ, ਜਾਣ ਸਕਦਾ ਹੈ। ਨਹੀਂ ਤੇ ਉਹ ਖੰਡਾਂ ਮੰਡਲਾਂ ਬ੍ਰਹਮੰਡਾਂ ਨੂੰ ਰਚਨਹਾਰ, ਉਹਦਾ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਆਪਣੇ ਆਪ ਨਹੀਂ ਲਖਿਆ ਜਾਂਦਾ। ਦੀਪਕ ਤੇ ਦੀਪਕ ਪ੍ਰਗਾਸਿਆ। ਉਹ ਦੀਪਕ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਜੋਤੀ ਰੂਪ ਹੈ। ਉਹਨੇ ਆਪਣੇ ਗਿਆਨ ਦੀਪਕ ਤੋਂ ਸਾਰੇ ਦੀਵੇ ਜਿਹੜੇ ਆ ਉਹ ਪ੍ਰਕਾਸ਼ ਦੇ ਸਹਿਤ ਕੀਤੇ ਹੋਏ ਆ। ਜਿਵੇਂ ਦੀਵੇ ਨਾਲ ਦੀਵਾ ਜੁੜ ਜਾਵੇ ਤੇ ਉਹ ਜਗ ਪੈਂਦਾ,
ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਪ੍ਰਕਾਸ਼ ਦੇ ਦੁਆਰਾ ਸਾਰੇ ਬ੍ਰਹਿਮੰਡਾਂ ਵਿੱਚ ਪ੍ਰਕਾਸ਼ ਕੀਤਾ ਹੋਇਆ ਹੈ। ਆਪਣੀ ਜੋਤ ਦੇ ਨਾਲ ਸਾਰਿਆਂ ਦੇ ਵਿੱਚ ਉਹਨੇ ਪ੍ਰਕਾਸ਼ ਕੀਤਾ ਹੋਇਆ ਹੈ ਤੇ ਉਹ ਪ੍ਰਭੂ ਜੀ ਦੇ ਤੇ ਕਿਰਪਾ ਕਰਦਾ ਹੈ ਜੋਤੀ ਸਰੂਪ। ਫਿਰ ਉਸ ਗੁਰਮੁਖ ਦੇ ਹਿਰਦੇ ਵਿੱਚ ਨਾਮ ਦਾ ਦੀਵਾ ਬਾਲ ਦਿੰਦਾ ਹੈ। ਫਿਰ ਭਵਨ ਜੋਤ ਦਿਖਾਈ, ਤਾਂ ਜਿਸ ਦਾ ਦੀਵਾ ਹਿਰਦੇ ਦਾ ਉਸਨੇ ਪ੍ਰਕਾਸ਼ ਦੇ ਸਹਿਤ ਕਰ ਦਿੱਤਾ ਗੁਰੂ ਸਾਹਿਬ ਜੀ ਦੇ ਉਪਦੇਸ਼ ਰਾਹੀਂ, ਫਿਰ ਤਿੰਨਾਂ ਭਵਨਾਂ ਦੇ ਵਿੱਚ ਉਸ ਵਾਹਿਗੁਰੂ ਜੀ ਦੀ ਜਿਹੜੀ ਵਿਆਪਕ ਹੋ ਰਹੀ ਜੋਤ ਹੈ ਨਾ, ਉਹ ਜੋਤ ਉਸਨੇ ਵਿਖਾ ਦਿੱਤੀ ਹੈ ਗਿਆਨ ਦਾ ਦੀਵਾ ਬਾਲ ਕੇ। ਸੱਚੇ ਤਖਤ ਸੱਚ ਮਹਿਲੀ ਬੈਠੇ, ਉਹ ਪਰਮੇਸ਼ਰ ਵਾਹਿਗੁਰੂ ਸੱਚੇ ਤਖਤ ਦੇ ਉੱਤੇ ਸੱਚੇ ਮਹੱਲ ਦੇ ਵਿੱਚ ਬੈਠੇ ਹੋਏ ਹਨ। ਉਹਨਾਂ ਦਾ ਤਖਤ ਸੱਚਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਉਹ ਸਾਰਿਆਂ ਪਾਤਸ਼ਾਹਾਂ ਤੋਂ ਸ਼੍ਰੋਮਣੀ ਪਾਤਸ਼ਾਹ ਹੈ। ਉਹਦਾ ਤਖਤ ਵੀ ਸੱਚਾ ਹੈ, ਉਹਦਾ ਚੰਦੋਆ ਵੀ ਸੱਚਾ ਹੈ, ਉਹਦਾ ਚੌਰ ਵੀ ਸੱਚਾ ਹੈ, ਕਿਉਂਕਿ ਉਹ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹਦਾ ਮੁਰਾਤਬਾ ਵੀ ਵੱਡਾ ਹੈ ਸਭ ਨਾਲੋਂ। ਤਾਂ ਹੀ ਆਖਿਆ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰਾ ਵਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਉਹਦੇ ਘਰ 'ਚ ਸਦਾ ਹੀ ਆਨੰਦ ਤੇ ਸਦਾ ਹੀ ਵਧਾਈਆਂ ਵੱਜਦੀਆਂ, ਸਦਾ ਹੀ ਆਨੰਦ, ਸਦਾ ਹੀ ਪ੍ਰੇਮ, ਸਦਾ ਹੀ ਖੁਸ਼ੀ, ਸਦਾ ਹੀ ਮਲਾਰ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਮਹਾਰਾਜ ਕਹਿੰਦੇ ਸੱਚੇ ਤਖਤ ਸੱਚ ਮਹਿਲੀ ਬੈਠੇ। ਉਹ ਸੱਚੇ ਮਹਿਲ ਸਰੂਪ ਦੇ ਮਾਲਕ ਸੱਚੇ ਤਖਤ ਤੇ ਬੈਠੇ ਹੋਏ ਹਨ। ਨਿਰਭਉ ਤਾੜੀ ਲਾਈ, ਨਿਰਭਉ ਡਰ ਤੋਂ ਰਹਿਤ ਹੈ, ਤਾੜੀ ਉਸਨੇ ਸਮਾਧੀ ਲਾਈ ਹੋਈ ਹੈ। ਅਥਵਾ ਉਸ ਸੱਚੇ ਤਖਤ ਦੇ ਮਾਲਕ ਸੱਚੇ ਮਹਿਲ ਦੇ ਮਾਲਕ ਦੇ ਨਾਲ ਅਸੀਂ ਜੁੜੇ ਹਾਂ। ਉਸ ਨਿਰਭਉ ਸਰੂਪ ਦੇ ਵਿੱਚ ਅਸੀਂ ਤਾੜੀ ਸਮਾਧੀ ਲਾਈ ਹੋਈ ਹੈ। ਮੋਹਿ ਗਿਆ ਬੈਰਾਗੀ ਜੋਗੀ, ਮਹਾਰਾਜ ਕਹਿੰਦੇ ਸਾਨੂੰ ਤਾਂ ਉਹ ਮੋਹ ਗਿਆ ਹੈ ਭਾਈ। ਐਸਾ ਜਿਹੜਾ ਸੱਚੇ ਤਖਤ ਦਾ ਮਾਲਕ ਉਹਨੇ ਮੋਹ ਲੈਣਾ ਕੀਤਾ, ਸਾਨੂੰ ਉਹ ਮੋਹੇ ਗਿਆ, ਉਹ ਮੋਹ ਗਿਆ ਹੈ। ਜਿਹੜਾ ਐਸਾ ਬੈਰਾਗੀ ਜੋਗੀ ਹੈ ਉਹ ਪਰਮੇਸ਼ਰ ਰਾਗ ਤੋਂ ਰਹਿਤ ਜੋਗੀ ਹੈ। ਘਾਟ ਘਾਟ ਕਿੰਗਰੀ ਵਾਈ, ਤੇ ਸਿੱਧ ਜੋਗੀ ਉਹ ਬੀਣ ਜੀ ਵਜਾਉਂਦੇ ਨਾ, ਕਿੰਗਰੀ ਵਜਾਉਂਦੇ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਹਰੇਕ ਹਿਰਦੇ ਦੇ ਵਿੱਚ, ਹਰੇਕ ਘਟ ਘਟ ਵਿੱਚ, ਹਰੇਕ ਸਰੀਰ ਦੇ ਵਿੱਚ ਉਹਨੇ ਆਪਣੀ ਜੋਤ ਰੱਖ ਕਰਕੇ, ਚੇਤਨ ਸੱਤਾ ਰੱਖ ਕਰਕੇ ਕਿੰਗਰੀ ਵਜਾਈ ਹੋਈ ਹੈ, ਬੀਣ ਵਜਾਈ ਹੋਈ ਹੈ। ਨਾਨਕ ਸਰਨ ਪ੍ਰਭੂ ਕੀ ਛੂਟੇ, ਇਸ ਕਰਕੇ ਭਾਈ ਜਿਹੜੇ ਜੀਵ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਂਦੇ ਆ ਉਹਨਾਂ ਦਾ ਛੁਟਕਾਰਾ ਹੋ ਜਾਂਦਾ, ਉਹ ਬੰਧਨਾਂ ਤੋਂ ਛੁੱਟ ਜਾਂਦੇ ਹਨ। ਸਤਿਗੁਰ ਸੱਚ ਸਿਖਾਈ, ਮਹਾਰਾਜ ਕਹਿੰਦੇ ਸਤਿਗੁਰੂ ਜੀ ਨੇ ਇਹ ਸੱਚੀ ਸਿੱਖਿਆ ਸਾਨੂੰ ਸਿਖਾਈ ਹੈ। ਸਾਡਾ ਤੇ ਉਹ ਸੱਚਾ ਸਤਿਗੁਰੂ, ਸੱਚਾ ਜਿਹੜਾ ਸਿਖਾਈ, ਉਹ ਮਿੱਤਰਤਾ ਵਾਲਾ ਹੈ ਨਾ, ਸਿਖਾਈ ਮਿੱਤਰਤਾ ਨਿਭਾਉਣ ਵਾਲਾ ਹੈ, ਸਖਾਪਣ ਨਿਭਾਉਣ ਵਾਲਾ ਹੈ। ਉਹ ਸੱਚਾ ਸਤਿਗੁਰੂ ਪਰਮੇਸ਼ਰ ਹੀ ਸਾਡਾ ਸਤਿਗੁਰੂ ਹੈ। ਉਹਨੇ ਸਾਨੂੰ ਇਹ ਸੱਚੀ ਸਿੱਖਿਆ ਸਿਖਾਈ ਹੈ ਕਿ ਜਿਹੜਾ ਉਸ ਪ੍ਰਭੂ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਪੈ ਜਾਂਦਾ ਉਹ ਬੰਧਨਾਂ ਤੋਂ ਛੁੱਟ ਜਾਂਦਾ ਹੈ। ਇਸ ਕਰਕੇ ਹੇ ਸਿੱਧੋ ਨਾਥੋ, ਅਸੀਂ ਸੰਸਾਰ ਵਿੱਚ ਹੋਰ ਕਿਸੇ ਨੂੰ ਨਹੀਂ ਗੁਰੂ ਧਾਰਨ ਕਰਨਾ। ਸਾਡਾ ਤੇ ਗੁਰੂ ਉਹ ਪਰਮੇਸ਼ਰ ਹੈ, ਸ਼ਬਦ ਬ੍ਰਹਮ ਹੈ। ਗਰੀਬ ਨਵਾਜ ਸਾਹਿਬ ਜੀ ਨੇ ਇਹ 8ਵੀਂ ਅਸ਼ਟਪਦੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਗਰੀਬ ਨਵਾਜ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਮੋਹਿ ਗਿਆ ਬੈਰਾਗੀ ਜੋਗੀ, ਘਾਟ ਘਾਟ ਕਿੰਗਰੀ ਵਾਈ। ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।